ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨ ਮਹਾਰਾਜ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਈ ਮਹਾਰਾਜ ਸਾਹਿਬ ਨੂੰ। ਇਸੇ ਧਰਤੀ ਤੇ ਸਾਹਿਬ ਨੇ ਆਪਣਾ ਪਰਉਪਕਾਰ ਕੀਤਾ ਹੈ, ਆਪਣਾ ਆਪ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਰੋਗੀਆਂ ਦੇ ਰੋਗ ਕੱਟੇ ਹਨ। ਗੁਰੂ ਟੁੱਟਿਆਂ ਨੂੰ ਜੋੜਦਾ ਹੈ, ਰੋਗੀਆਂ ਨੂੰ ਨਿਰੋਗੀ ਕਰਦਾ ਹੈ, ਨਾਮ ਨਾਲ ਸਭ ਨੂੰ ਜੋੜਦਾ ਹੈ, ਝੂਠ ਤਿਆਗ ਕੇ ਸੱਤ ਨਾਲ ਜੋੜਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨ ਮਹਾਰਾਜ। ਹਾਜ਼ਰ ਨਾਜ਼ਰ ਜਾਣ ਕੇ ਅਸੀਂ ਅੱਜ ਦੀ ਸ਼ਬਦ ਦੀ ਵਿਚਾਰ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨ ਮੰਨੇ ਦੀ ਪੌੜੀ ਦੀ ਅਸੀਂ ਦਰਸ਼ਨ ਕੀਤੇ, ਸੁਣੇ ਦੀ ਪਹਿਲੇ ਕੀਤੇ, ਫਿਰ ਮੰਨਣ ਦੇ ਕੀਤੇ, ਪੰਚਾਂ ਨੂੰ ਜਾਣਿਆ। ਸਾਹਿਬ ਦੁਨੀਆ ਦੇ ਦਰਸ਼ਨ ਕਰਾ ਰਹੇ ਹਨ। ਦੁਐਤ ਦੇ ਵਿੱਚ ਜੀਵਨ ਕਿਵੇਂ ਹੈ। ਜਿਹੜਾ ਦੁਐਤ ਵਿੱਚ ਹੋਏਗਾ ਉੱਥੇ ਚੰਗਾ ਵੀ ਹੈ ਤੇ ਮਾੜਾ ਵੀ ਨਾਲ ਨਾਲ ਚੱਲੇਗਾ। ਪਿਛਲੀ ਪੌੜੀ ਵਿੱਚ ਮਹਾਰਾਜ ਨੇ ਸਾਨੂੰ ਸਭ ਚੰਗੇ ਗੁਣ ਦੱਸੇ ਹਨ ਦੁਨੀਆ ਦੇ। ਜਪ ਤਪ, ਸਤ ਹੈ, ਪਿਆਰ ਹੈ, ਯੋਗ ਹੈ, ਸਭ ਪੋਜ਼ਿਟਿਵ ਵਾਈਬ੍ਰੇਸ਼ਨਸ, ਪੋਜ਼ਿਟਿਵ ਐਂਗਲਸ, ਪੋਜ਼ਿਟਿਵਿਟੀ ਦੇ ਦਰਸ਼ਨ ਕਰਾਏ ਹਨ ਦੁਨੀਆ ਵਿੱਚ। ਅਸੰਖ ਦੇ ਸ਼ਬਦ ਦੇ ਦਰਸ਼ਨ ਕਰਾਏ ਹਨ। ਇੱਕ ਓਂਕਾਰ ਦੇ ਦਰਸ਼ਨ ਅਸੰਖ ਦੇ ਰੂਪ ਵਿੱਚ ਕਰਾਏ ਹਨ। ਇੱਕ ਓਂਕਾਰ ਹੈ, ਅਸੰਖ ਦੇ ਰੂਪ ਵਿੱਚ ਹੈ, ਇਨਫਾਈਨਾਈਟ ਹੈ, ਬਿਨਾਂ ਗਿਣਤੀ ਤੋਂ ਪਰੇ ਹੈ ਇੱਕ, ਪਰ ਗਿਣਤੀ ਤੋਂ ਪਰੇ ਹੈ। ਅੱਜ ਦੀ ਪੌੜੀ ਵਿੱਚ ਮਹਾਰਾਜ ਉਸੇ ਸਿੱਕੇ ਦਾ ਦੂਸਰਾ ਪਹਿਲੂ ਖੋਲ੍ਹਦੇ ਹਨ। ਇਹ ਮਨ ਦੀ ਅਵਸਥਾ ਵੀ ਗਿਣੀਆਂ ਜਾ ਸਕਦੀਆਂ ਨੇ। ਮੇਰੇ ਮਨ ਦੀ ਜਿੱਥੇ ਪੋਜ਼ਿਟਿਵ ਵਾਈਬ੍ਰੇਸ਼ਨਸ ਹੋਣਗੀਆਂ ਉੱਥੇ ਨੈਗੇਟਿਵ ਵੀ ਨਾਲ ਨਾਲ ਹੋਣਗੀਆਂ। ਜਦ ਤੱਕ ਮੈਂ ਨਾਮ ਨਹੀਂ ਕਮਾਵਾਂਗਾ ਐਸੇ ਉਲਝਣ 'ਚ ਜੀਂਦਾ ਰਹਾਂਗਾ। ਦਰਅਸਲ ਮਨ ਰੋਗੀ ਹੈ। ਮੇਰਾ ਮਨ, ਮੈਂ ਆਪਣੇ ਮਨ ਦੀ ਗੱਲ ਕਰਦਾ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਇਹ ਜਿਹੜੀ ਪੌੜੀ ਹੈ ਮੇਰੇ ਵਾਸਤੇ ਸਾਹਿਬ ਨੇ ਦੱਸੀ ਹੈ। ਮੂਰਖ ਮੇਰੇ ਵਰਗੇ ਘੱਟ ਹੀ ਹੋਣ ਸ਼ਾਇਦ। ਗੱਲ ਕੀ ਹੈ ਕਿ ਮਨ ਦੇ ਉਸ ਪਹਿਲੂ ਵਿੱਚ ਜੀਣਾ ਜਿਹੜਾ ਦੁਐਤ ਦੇ ਵਿੱਚ ਹਾਜ਼ਰ ਹੈ, ਉਹ ਦੋਨਾਂ ਪੱਖਾਂ ਨੂੰ ਨਾਲ ਲੈ ਕੇ ਚੱਲਦਾ ਹੈ ਔਰ ਉਹ ਦੋਨੋਂ ਪੱਖ ਸਾਡੇ ਨਾਲ ਚੱਲਦੇ ਹਨ। ਇਸ ਨੂੰ ਸਮਝਣਾ ਜ਼ਰੂਰੀ ਵੀ ਹੈ ਕਿ ਇਹ ਮਾਨਸਿਕ ਅਵਸਥਾ ਵੀ ਹੈ ਔਰ ਇਸ ਕਰਕੇ ਦੁਨਿਆਵੀ ਪੱਧਰ 'ਤੇ ਇਹ ਰਿਐਲਿਟੀ ਵੀ ਹੈ। ਇਹ ਸੋਸ਼ਲ ਰਿਐਲਿਟੀ ਵੀ ਤਾਂ ਹੀ ਹੈ ਕਿਉਂਕਿ ਮਾਨਸਿਕ ਪੱਧਰ 'ਤੇ ਵੀ ਇਹੀ ਹਾਲ ਹੈ ਸਾਡਾ। ਅਸੀਂ ਇੱਕ ਤੋਂ ਮੁਕਤ ਨਹੀਂ ਹੋ ਸਕਦੇ। ਇਹਨੂੰ ਸਮਝਣਾ ਥੋੜ੍ਹਾ ਜਿਹਾ। ਅਸੀਂ ਕਹਿ ਦਈਏ ਕਿ ਅਸੀਂ ਪੋਜ਼ਿਟਿਵ ਹੋ ਗਏ ਹਾਂ ਤਾਂ ਫਿਰ ਕਿਸ ਤੋਂ ਪੋਜ਼ਿਟਿਵ ਹੋਏ ਆ? ਕੁਛ ਨੈਗੇਟਿਵ ਹੈ ਉਸ ਤੋਂ ਪੋਜ਼ਿਟਿਵ ਹੋਏ ਆ। ਟੁਡੇ ਆਈ ਐਮ ਫੀਲਿੰਗ ਮੋਰ ਪੋਜ਼ਿਟਿਵ ਤਾਂ ਯੈਸਟਰਡੇ ਆਈ ਵਾਜ਼ ਮੋਰ ਨੈਗੇਟਿਵ। ਇਹ ਪੋਜ਼ਿਟਿਵ ਵਰਡ ਦਾ ਮਤਲਬ ਹੀ ਇਹੀ ਹੈ ਕਿ ਨੈਗੇਟਿਵ ਨਾਲ ਚੱਲ ਰਿਹਾ ਹੈ। ਇਹ ਐਬਸੋਲੂਟ ਨਹੀਂ ਹੈ ਆਪਣੇ ਆਪ ਵਿੱਚ। ਇਹ ਜਿਵੇਂ ਦੋ ਪੈਰ ਨੇ ਜਿਨ੍ਹਾਂ 'ਤੇ ਉੱਤੇ ਇਹ ਥੋਟ ਖੜੀ ਹੈ। ਜੇ ਇੱਕ ਚੰਗੀ ਹੈ ਅਤੇ ਦੂਜੀ ਮਾੜੀ ਹੈ। ਇਹ ਦੋ ਪੈਰ ਨੇ ਜਿਨ੍ਹਾਂ 'ਤੇ ਮੂਵਮੈਂਟ ਹੋ ਰਹੀ ਹੈ। ਐਸੇ ਤੇ
मौत और जीवन ਨੂੰ ਵੀ ਇਸੇ ਤਰ੍ਹਾਂ ਸਮਝਾਇਆ ਹੈ ਕਿ ਬਿਨਾਂ ਮੌਤ ਦੇ ਜੀਵਨ ਨਹੀਂ ਹੋ ਸਕਦਾ ਔਰ ਬਿਨਾਂ ਜੀਵਨ ਦੇ ਮੌਤ ਨਹੀਂ ਹੈ। ਤਾਂ ਇਹ ਦੋ ਪਹਿਲੂ ਨੇ ਕ੍ਰੀਏਸ਼ਨ ਦੇ। ਇਹਨਾਂ ਦੇ ਬਿਨਾਂ ਕ੍ਰੀਏਸ਼ਨ ਗਿਰ ਜਾਏਗੀ। ਇੱਕ ਗਿਆ ਤੇ ਦੂਜਾ ਵੀ ਨਾਲ ਜਾਏਗਾ, ਕਿਉਂਕਿ ਇਹ ਸਾਰਾ ਕੁਝ ਹੁਣ ਦੁਐਤ ਦੇ ਵਿੱਚ ਆਧਾਰਿਤ ਹੈ, ਡੁਐਲਿਟੀ ਵਿੱਚ ਹੈ। ਇੱਥੇ ਇੱਕ ਚਿੱਤ ਇੱਕ ਮਨ ਦੀ ਗੱਲ ਨਹੀਂ ਹੋ ਰਹੀ, ਉਹ ਅੱਗੇ ਕਰਨਗੇ। ਦਰਅਸਲ ਇਹ ਜਿਹੜੇ ਪਹਿਲੂ ਅੱਜ ਖੋਲ੍ਹਦੇ ਹਨ ਮਹਾਰਾਜ, ਇੱਥੇ ਅਸੀਂ ਸਾਰੇ ਕਿਤੇ ਨਾ ਕਿਤੇ ਸਮੇਂ ਗਏ ਹੋਏ ਹਾਂ। ਮੇਰੇ ਵਰਗੇ ਤੇ ਅੱਜ ਵੀ ਇੱਥੇ ਹੀ ਘੁੰਮਦੇ ਪਏ ਹੈ। ਮੂਰਖ ਘੱਟ ਨਹੀਂ ਹਨ। ਨਾਮ ਤੋਂ ਟੁੱਟਾਂਗੇ ਇਹੀ ਹਾਲ ਹੋ ਜਾਏਗਾ। ਨਾਮ ਦੀ ਸੰਗਤ ਤੋਂ ਅਗਰ ਅਸੀਂ ਥੋੜ੍ਹੇ ਜਿਹੇ ਵੱਖਰੇ ਹੋਵਾਂਗੇ ਤਾਂ ਇਸ ਤਰ੍ਹਾਂ ਹੀ ਮਨ ਚੰਗੇ ਔਰ ਮਾੜੇ ਦੇ ਕਨਫਿਊਜ਼ਨ ਵਿੱਚ ਹੀ ਜੀਂਦਾ ਜਾਏਗਾ। ਇਹ ਗੱਲ ਜਪਜੀ ਸਾਹਿਬ ਦੇ ਵਿੱਚ ਜਦੋਂ ਸਾਹਿਬ ਇੱਕ ਪੌੜੀ ਤੋਂ ਬਾਅਦ ਦੂਜੀ ਦੇ ਚੱਲਦੇ ਹੈ, ਇੱਕ ਤਰ੍ਹਾਂ ਦਾ ਥਾਟ ਪ੍ਰੋਸੈਸ ਡਿਵੈਲਪ ਹੋ ਰਿਹਾ ਹੈ ਕਿ ਇਹ ਵੀ ਜੀਵਨ ਵਿੱਚ ਹਾਲਾਤ ਹਨ ਜਿੱਥੇ ਜੋਗੀ ਤਪੀ ਸਤੀ ਭਾਵ ਰੱਖਣ ਵਾਲੇ, ਜਪ ਕਰਨ ਵਾਲੇ, ਤਪ ਕਰਨ ਵਾਲੇ ਹਨ, ਉੱਥੇ ਮੂਰਖ ਵੀ ਨਾਲ ਨਾਲ ਹਨ। ਔਰ ਇਹ ਵੀ ਕੋਈ ਗੱਲ ਨਹੀਂ ਮਨਾ ਕਰ ਸਕਦਾ ਕਿ ਇੱਕੋ ਜਨ ਵਿੱਚ ਦੋਨੋਂ ਪਹਿਲੂ ਚੱਲ ਸਕਦੇ ਹੈ। ਜਿਹੜਾ ਅੱਜ ਸਵੇਰੇ ਸਿਆਣਾ ਸੀ, ਤਪੀ ਸੀ, ਜਪੀ ਸੀ, ਉਹ ਸ਼ਾਮ ਨੂੰ ਅੰਧਕੋਰ ਵੀ ਹੋ ਸਕਦਾ ਹੈ। ਮਨ ਦੇ ਵਿੱਚ ਸਭ ਪੋਸੀਬਿਲਿਟੀਜ਼ ਹੈਗੀਆਂ। ਬਿਨਾਂ ਨਾਮ ਦੇ ਡਾਮਾਡੋਲ ਅਵਸਥਾ ਤੇ ਰਹੇਗੀ। ਕੇਵਲ ਨਾਮ ਦੇ ਨਾਲ ਸਾਨੂੰ ਥਿਰ ਮਿਲੇਗਾ, ਥਿਰ ਅਵਸਥਾ ਮਿਲੇਗੀ। ਬਿਨਾਂ ਨਾਮ ਦੇ ਡਾਮਾਡੋਲ ਹੀ ਰਵਾਂਗੇ। ਅਸੀਂ ਫਿਰ ਆਪਣੇ ਆਪ ਨੂੰ ਡਿਫਾਈਨ ਕਰਨ 'ਚ ਪਰੇਸ਼ਾਨ ਹੋ ਜਾਂਦੇ ਹਾਂ ਕਿ ਮੈਂ ਹਾਂ ਕੀ। ਅੱਜ ਤਾਂ ਮੈਂ ਕੁਛ ਹੋਰ ਹੀ ਮੇਰੇ ਰੰਗ ਨਿਕਲੇ ਹਨ। ਮੈਂ ਤੇ ਬੜਾ ਚੰਗਾ ਸੀ, ਪਰ ਅੱਜ ਮੈਂ ਜੋ ਕੀਤਾ ਉਹਦੇ ਨਾਲ ਬੜਾ ਮਾੜਾ ਲੱਗ ਰਿਹਾ ਆਪਣੇ ਆਪ ਨੂੰ। ਕਿਉਂਕਿ ਆਪਣੇ ਆਪ ਤਾਂ ਮੈਂ ਤਾਂ ਜਾਣਦਾ ਹੀ ਹਾਂ ਨਾ, ਮਨ ਦਾ ਜਿਹੜਾ ਪਹਿਰਾ ਹੈ ਉਹਦਾ ਜੋ ਅਕਸ ਪ੍ਰਤੀਬਿੰਬ ਮੇਰੇ 'ਤੇ ਪਏਗਾ ਉਹਦੇ ਨਾਲ ਮੈਨੂੰ ਗਿਆਨ ਹੋਏਗਾ। ਮਨ ਬੇਚੈਨ ਹੋ ਜਾਏਗਾ। ਅਵਲ ਗੱਲ ਹੈ ਕਿ ਜਿਹੜੇ ਰੋਗ ਨੇ ਮਨ ਦੇ, ਉਹ ਮਨ ਨੂੰ ਬੇਚੈਨ ਕਰਨਗੇ, ਅਨਸਟੇਬਲ ਕਰਨਗੇ। ਜਿਹੜੀ ਵੀ ਨਾਮ ਦੀ ਦਾਤ ਮੈਨੂੰ ਮਿਲੀ ਹੈ ਉਸ ਤੋਂ ਉਲਟ ਮੈਨੂੰ ਚਲਾਉਣਗੇ। ਜਦ ਮੈਂ ਪਰੇਸ਼ਾਨ ਜ਼ਿਆਦਾ ਹੋਵਾਂਗਾ ਤਾਂ ਨਾਮ ਤੋਂ ਟੁੱਟਿਆ ਹਾਂ। ਤਾਂ ਮਹਾਰਾਜ ਸਾਨੂੰ ਅੱਜ ਦੇ ਜੋ ਦਰਸ਼ਨ ਕਰਾਉਣਗੇ ਉਹ ਉਹਨਾਂ ਪਹਿਲੂਆਂ ਦੇ ਕਰਾਉਣਗੇ ਜੋ ਮਨ ਜਦੋਂ ਨਾਮ ਤੋਂ ਟੁੱਟ ਕੇ ਗਿਰ ਜਾਂਦਾ ਹੈ ਤਾਂ ਆਪਣੇ ਹੰਕਾਰ ਦੇ ਵਿੱਚ ਆਇਆ ਜਾਂ ਤਾਂ ਆਪਾ ਗਵਾ ਦਿੰਦਾ ਹੈ, ਇੰਦਰੀ ਲੈ ਕੇ ਚੱਲ ਪੈਂਦੀ ਹੈ ਕਿਧਰੇ। ਇਹਨੂੰ ਵੀ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜੇ ਪੱਖ ਨੇ ਮੇਰੇ ਮਨ ਦੇ, ਇਹ ਕਿਉਂ ਹੁੰਦੇ ਹਨ। ਇਹਦਾ ਮੂਲਤਨ ਕਾਰਨ ਜੋ ਹੈ ਉਹ ਕੀ ਹੈ ਔਰ ਇਹਦੇ ਪਿੱਛੇ ਸਾਈਕੋਲੋਜੀ ਕੀ ਹੈ। ਕੋਈ ਦੂਸਰੇ ਵੱਲ ਨਿਗਾਹ ਕਿਉਂ ਮਾਰਦਾ ਹੈ। ਦੂਸਰੇ ਦੇ ਤਨ ਨੂੰ ਜਾਂ ਦੂਸਰੇ ਦੀ ਜਾਇਦਾਦ ਨੂੰ ਕਿਉਂ ਕੋਈ ਨਿਗਾਹ ਮਾਰਦਾ ਹੈ। ਕਾਰਨ ਹੈ ਉਹਦੇ ਪਿੱਛੇ ਕੁਛ। ਦੂਸਰੇ ਦਾ ਨਾਲ ਜ਼ਬਰ ਜ਼ੋਰ ਕਿਉਂ ਕਰਦਾ ਕੋਈ। ਦੂਸਰੇ ਦਾ ਨੁਕਸਾਨ ਕਿਉਂ ਕਰਦਾ ਕੋਈ, ਜਾਂ ਫਿਰ ਆਪਣੇ ਆਪ ਦਾ ਕਿਉਂ ਨੁਕਸਾਨ ਕਰਦਾ ਕੋਈ। ਇਹ ਸਰਬੱਤ ਦੇ ਭਲੇ ਤੋਂ ਉਲਟ ਦੀ ਕਹਾਣੀ ਚੱਲਦੀ ਪਈ ਹੈ। ਸਰਬ ਦਾ ਨੁਕਸਾਨ ਜਾਂ ਤਾਂ ਮੈਂ ਆਪਣਾ ਕਰਾਂਗਾ ਜਾਂ ਦੂਸਰੇ ਦਾ ਕਰਾਂਗਾ। ਬੇਸਿਕ ਤੌਰ 'ਤੇ ਜਦੋਂ ਫਰੋਇਡ ਨੇ ਸਾਈਕੋਲੋਜੀ ਦੀ ਗੱਲ ਕੀਤੀ ਤਾਂ ਉਹਨੇ ਇਹੀ ਕਿਹਾ ਕਿ ਦੋ ਤਰ੍ਹਾਂ ਦੇ ਜਨ ਹਨ, ਜਾਂ ਤਾਂ ਉਹ ਮੈਸੋਚਿਸਟ ਹਨ ਜਾਂ ਸੇਡਿਸਟ ਹਨ। ਜਾਂ ਤਾਂ ਆਪਣੇ ਆਪ ਨੂੰ ਦੁੱਖ ਦਿੰਦੇ ਨੇ ਜਾਂ ਦੂਸਰੇ ਨੂੰ ਦੁੱਖ ਦਿੰਦੇ ਹਨ। ਹੁਣ ਇੱਥੇ ਗੱਲ ਵਿਚਾਰਨ ਵਾਲੀ ਇਹ ਹੈ ਕਿ ਇਹਦਾ ਮਤਲਬ ਆਨੰਦ ਦਾ ਕੋਈ ਕਾਰਨ ਨਹੀਂ ਹੈ ਦੁਨੀਆ ਵਿੱਚ।
ਜੇ ਇਸ ਤਰ੍ਹਾਂ ਦੇਖੀਏ ਤਾਂ ਹੋਪਲੈਸ ਜੀਵਨ ਹੈ। ਇੱਥੇ ਤਾਂ ਟ੍ਰੈਜਡੀ ਵਰਤ ਰਹੀ ਹੈ, ਜਾਂ ਮੈਂ ਆਪਣੇ ਆਪ ਨੂੰ ਦੁੱਖ ਦੇ ਰਿਹਾ ਜਾਂ ਦੂਸਰੇ ਨੂੰ ਦੁੱਖ ਦੇ ਰਿਹਾ, ਜਾਂ ਮੈਂ ਦੂਸਰੇ ਨੂੰ ਦੁੱਖ ਦੇ ਕੇ ਸੁਖੀ ਹੋ ਰਿਹਾ, ਜਾਂ ਮੈਂ ਆਪਣੇ ਆਪ ਨੂੰ ਦੁੱਖ ਦੇ ਕੇ ਸਟੇਬਿਲਿਟੀ ਪਾ ਰਿਹਾ, ਨਹੀਂ ਤਾਂ ਉਹਦੇ ਬਿਨਾਂ ਮੈਂ ਅਨਸਟੇਬਲ ਹਾਂ। ਤਾਂ ਸਰਵਾਈਵ ਕਰਨ ਵਾਸਤੇ ਆਪਣੇ ਆਪ ਨੂੰ ਦੁੱਖ ਦਿੰਦਾ ਵਾਂ, ਅਖੀਰ 'ਚ ਫਿਰ ਆਤਮਘਾਤੀ ਵੀ ਹੋ ਜਾਂਦਾ। ਕੁਝ ਸਾਲ ਪਹਿਲੇ ਮੈਂ ਇੱਕ ਬੱਚਿਆਂ ਦੀ ਸੈਸ਼ਨ ਲਿਆ ਸੀ, ਬੱਚਿਆਂ ਨਾਲ ਵਾਹ ਪਿਆ ਸੀ, ਪ੍ਰੈਸ਼ਰ ਬੜਾ ਹੈ ਬੱਚਿਆਂ 'ਤੇ। ਤਾਂ ਇਹ ਮੈਂ ਪ੍ਰਸ਼ਨ ਪੁੱਛਿਆ ਕਿ ਕੋਈ ਹੈ ਇੱਥੇ ਜਿਸ ਨੂੰ ਕਦੇ ਸੁਸਾਈਡ ਦੀ ਥਾਟ ਆਈ ਹੋਏ? 13-14 ਸਾਲ ਦੇ 15 ਸਾਲ ਦੇ ਬੱਚੇ ਸਨ। ਸਾਰਿਆਂ ਨੇ ਹੱਥ ਖੜੇ ਕੀਤੇ। ਉਹ ਤਾਂ ਸੱਚੇ ਸਨ। ਜੇ ਅੱਜ ਮੈਂ 25-30 ਸਾਲ 40 ਸਾਲ ਵਾਲੇ ਲੋਕਾਂ ਨੂੰ ਪੁੱਛਾਂਗਾ ਤਾਂ ਸ਼ਾਇਦ ਸੰਕੋਚ ਕਰ ਜਾਣਗੇ, ਪਰ ਸੱਚ ਦੀ ਗੱਲ ਇਹ ਹੈ, ਸਾਰਿਆਂ ਨੂੰ ਵਿਚਾਰ ਆ ਜਾਂਦਾ ਹੈ। ਹੋਪਲੈਸਨੈਸ ਜੀਵਨ ਦੀ ਦਿਖਦੀ ਹੈ, ਕਿਸੇ ਨਾ ਕਿਸੇ ਮੋੜ 'ਤੇ ਇਹ ਵਿਚਾਰ ਆ ਸਕਦਾ ਹੈ। ਮਹਾਰਾਜ ਇਹੀ ਸਮਝਾ ਰਹੇ ਨੇ ਸਾਨੂੰ ਕਿ ਜਿੱਥੇ ਪੋਜ਼ੀਟਿਵ ਚੱਲੇਗਾ ਉੱਥੇ ਨੈਗੇਟਿਵ ਨਾਲ ਨਾਲ ਚੱਲ ਰਿਹਾ ਹੈ। ਔਰ ਜਦੋਂ ਨੈਗੇਟਿਵ ਦੀ ਗੱਲ ਕਰਦੇ ਆ, ਦੂਸਰਿਆਂ ਦੇ ਗੁਣਾਂ ਦੇ ਗੱਲ ਕਰਦੇ ਹੋਏ ਮਹਾਰਾਜ ਆਪਣਾ ਸਟੈਂਸ ਨਹੀਂ ਬਦਲਦੇ ਹਨ, ਪਰ ਦੂਸਰਿਆਂ ਦੇ ਅਵਗੁਣ ਦੀ ਗੱਲ ਕਰਦੇ, ਜਾਂ ਇਉਂ ਸਮਝ ਲਈਏ ਅਵਗੁਣ ਦੀ ਵਿਚਾਰ ਕਰਦੇ ਹੋਏ ਆਪਣੇ ਆਪ ਨੂੰ ਨੀਚ ਕਹਿ ਦਿੰਦੇ ਹੈ। ਇਹ ਇਸ 4 ਪੌੜੀਆਂ 'ਚੋਂ ਇੱਕ ਪੌੜੀ ਦਾ ਜਿਹੜਾ ਅਖੀਰਲਾ ਬੰਦ ਹੈ ਉਹਦੇ 'ਚ ਥੋੜ੍ਹਾ ਫਰਕ ਹੈ। ਨਾਨਕ ਨੀਚ ਕਹੇ ਵਿਚਾਰ, ਮਹਾਰਾਜ ਨੇ ਆਪਣੇ ਆਪ ਨੂੰ ਕਈ ਜਗ੍ਹਾ ਇਸ ਤਰ੍ਹਾਂ ਕਿਹਾ, ਹਉ ਢਾਡੀ ਕਾ ਨੀਚ ਜਾਤ, ਆਪਣੇ ਆਪ ਨੂੰ ਢਾਡੀ ਕਹਿ ਦਿੱਤਾ, ਕਈ ਵਾਰੀ ਨੀਚ ਕਹਿ ਦਿੱਤਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਇਸ ਤਰ੍ਹਾਂ ਕਿਤਨੇ ਲੋਕ ਹੋਣਗੇ ਦੁਨੀਆ ਵਿੱਚ ਜਿਹੜੇ ਅਧਿਆਤਮ ਤੇ ਸਿਖਰ ਤੇ ਖੜ ਕੇ ਆਪਣੇ ਆਪ ਨੂੰ ਨੀਚ ਕਹਿਣਗੇ। ਔਰ ਕੀ ਕਾਰਨ ਹੈ? ਮਹਾਰਾਜ ਕਹਿ ਰਹੇ ਹਨ, ਅਸੀਂ ਆਪਣੇ ਆਪ ਨੂੰ ਸਿਆਣਾ ਗਿਣਦੇ ਹਾਂ, ਚੰਗਾ ਗਿਣਦੇ ਹਾਂ, ਉੱਚਾ ਗਿਣਦੇ ਹਾਂ। ਮਹਾਰਾਜ ਮੁੜ ਕੇ ਸਾਡੇ ਨਾਲ ਡਿਫਰ ਕਰਦੇ ਹਨ, ਉਹ ਨਹੀਂ ਸਾਡੇ ਨਾਲ ਐਗਰੀ ਕਰਦੇ। ਜੋ ਸਾਡੀ ਸੋਚ ਹੈ ਉਹਦੇ ਨਾਲ ਨਹੀਂ ਐਗਰੀ ਕਰਦੇ, ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਉੱਤਮ ਕਹਿਣਾ ਚੰਗਾ ਹੈ ਆਪਣੇ ਆਪ ਨੂੰ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਈ ਦੇ, ਤਿੰਨ ਮੰਗਾ ਜੇ ਤੁਝੇ ਧਿਆਏ ਦੇ। ਮਹਾਰਾਜ ਕਿਸ ਦੀ ਗੱਲ ਕਰਦੇ ਪਏ ਹਨ? ਆਪਣੀ ਗੱਲ ਕਰਦੇ ਹੋਏ ਨੀਚ ਕਹਿ ਰਹੇ ਹਨ ਆਪਣੇ ਕੋਲ, ਆਪਣੇ ਆਪ ਨੂੰ ਢਾਡੀ ਕਹਿ ਰਹੇ ਹਨ। ਉਹਨਾਂ ਕੋਲ ਸਾਰੇ ਅਧਿਆਤਮ ਦੇ ਗੁਣ ਨੇ, ਸਾਰਾ ਗਿਆਨ ਹੈ, ਨਿਰੰਕਾਰ ਦੇ ਦਰਸ਼ਨ ਹਨ, ਸ਼ਬਦ ਦਾ ਪ੍ਰਗਟਾਵਾ ਹੈ ਜੀਵਨ ਵਿੱਚ, ਪਰ ਫਿਰ ਵੀ ਆਪਣੇ ਆਪ ਨੂੰ ਨੀਚ ਕਹਿ ਕੇ ਚੱਲਦੇ ਹਨ। ਬੜਾ ਭੇਦ ਹੈ ਇਹਦੇ ਵਿੱਚ। ਮੇਰੇ ਵਰਗੀਆਂ ਦੀ ਗੱਲ ਨਹੀਂ ਹੈ, ਉਹ ਕੁਝ ਜਾਣਦੇ ਨੇ ਦੁਨੀਆ ਬਾਰੇ ਜਿਹੜੇ ਅਸੀਂ ਨਹੀਂ ਜਾਣਦੇ ਹਾਂ। ਜਿਤਨਾ ਨੀਵਾਂ ਹੋ ਕੇ ਕੋਈ ਚੱਲੇਗਾ ਉਤਨੀ ਕਿਰਪਾ ਜ਼ਿਆਦਾ ਰਹੇਗੀ। ਐਸੇ ਭਾਵ ਵਿੱਚ ਜੀਵਨ ਦੇਖੀਏ ਗੁਰੂ ਸਾਹਿਬ ਦਾ, ਤੇ ਕੋਈ ਉਹਦੇ ਵਿੱਚ ਇਸ ਤਰ੍ਹਾਂ ਦੇ ਕਲੇਮਸ ਨਹੀਂ ਹਨ ਜਿੱਥੇ ਆਪਣੇ ਆਪ ਨੂੰ ਇੱਕ ਵੱਡਾ ਕਹੇ ਕੋਈ। ਐਸੇ ਕਰਕੇ ਕਿਤਨੇ ਕੁ ਵਰੇ ਖੇਤੀ 'ਚ ਹੀ ਨਿਕਲ ਗਏ। ਬਹੁਤ ਸਾਧਾਰਨ ਜਿਹਾ ਵਿਵਸਾਏ ਹੈ, ਪਰ ਉਹਦੇ 'ਚ ਹੀ ਸੰਤੁਸ਼ਟ ਨੇ। ਫਿਰ ਨਹੀਂ ਗਏ ਹਨ। ਜਦੋਂ ਭਾਈ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਫਿਰ ਨਹੀਂ ਉਦਾਸੀ 'ਤੇ ਗਏ, ਫਿਰ ਨਹੀਂ ਨਿਕਲੇ ਘਰੋਂ। ਦਰਅਸਲ ਕੀ ਹੈ ਕਿ ਇਹ ਬਿਲਕੁਲ ਪੋਸੀਬਿਲਿਟੀ ਹੈ ਕਿ ਉਹਨਾਂ ਦੇ ਉਸ ਵੇਲੇ ਅਗਰ ਹੁੰਦੇ ਅਸੀਂ ਤਾਂ ਸ਼ਾਇਦ ਉਹਨਾਂ ਨੂੰ ਪਛਾਣ ਹੀ ਨਾ ਪਾਉਂਦੇ, ਸ਼ਾਇਦ ਅਸੀਂ ਨਾ ਜਾਣ ਪਾਉਂਦੇ ਕਿ ਇਹੋ ਜਿਹਾ ਕੋਈ ਜਨ ਚੱਲ ਰਿਹਾ ਸਾਡੇ ਵਿੱਚ ਜਿਹੜਾ ਨਿਰੰਕਾਰ ਦੀ ਗੱਲ ਨੂੰ ਪ੍ਰਗਟ ਕਰ ਰਿਹਾ।
ਕਿਉਂਕਿ ਸਾਨੂੰ ਨਿਰੰਕਾਰ ਨੂੰ ਜਾਣਨ ਦੀ ਵਿਧੀ ਨਹੀਂ ਹੈ। ਸਾਡੇ ਕੋਲ ਕੋਈ ਮੀਟਰ ਨਹੀਂ ਹੈ ਚੈੱਕ ਕਰਨ ਵਾਸਤੇ ਕਿ ਕੌਣ ਨਿਰੰਕਾਰ ਨਾਲ ਜੁੜਿਆ ਹੈ। ਅਸੀਂ ਸਿਰਫ ਅੱਖੋਂ ਦੇਖੀ ਗਲੈਮਰ ਨਾਲ ਪਕੜ 'ਚ ਆ ਜਾਂਦੇ ਹਾਂ। ਜਿਤਨਾ ਅਡੰਬਰ ਹੁੰਦਾ ਕਿਸੇ ਦਾ, ਅਸੀਂ ਸੋਚਦੇ ਹਾਂ ਉਹੀ ਠੀਕ ਹੈ, ਕਿਉਂਕਿ ਸਾਡੇ ਕੋਲ ਉਹ ਸੈਂਸਿਟੀਵਿਟੀ ਨਹੀਂ ਹੈ। ਇਤਨਾ ਮਨ ਸ਼ੁੱਧ ਨਹੀਂ ਹੋਇਆ ਹਾਲੇ। ਹੋ ਸਕਦਾ ਹੋ ਜਾਏ ਕਿਸੇ ਵੇਲੇ। ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਇਤਨਾ ਮਨ ਸ਼ੁੱਧ ਹੋ ਜੇ, ਨਿਰਮਲ ਹੋ ਜੇ ਕਿ ਅਸੀਂ ਜਾਣ ਲਈਏ ਇਹ ਜਾਣਦਾ ਹੈ। ਇਹ ਵੀ ਹੋ ਜਾਂਦਾ ਹੈ। ਨਹੀਂ ਤਾਂ ਅਸੀਂ ਕਈ ਜਨਾਂ ਨੂੰ ਮਿਲਾਂਗੇ ਜਿਹੜੇ ਜਾਣਦੇ ਨੇ ਔਰ ਉਹਨਾਂ ਨੂੰ ਸਿਆਣਾਂਗੇ ਹੀ ਨਹੀਂ ਕਿ ਕੌਣ ਨੇ। ਉਹਨਾਂ ਦੀ ਸੰਗਤ ਤੋਂ ਸਾਨੂੰ ਕੀ ਲਾਭ ਹੋ ਸਕਦਾ? ਅਸੀਂ ਉਸ ਨੂੰ ਬਟੋਰਾਂਗੇ ਹੀ ਨਹੀਂ, ਉਹਨਾਂ ਗੁਣਾਂ ਨੂੰ। ਭਾਈ ਸਾਹਿਬ ਕੱਲ੍ਹ ਸਾਧ ਦੀ ਗੱਲ ਕਰਦੇ ਸੀ, ਸੰਤ ਦੀ ਗੱਲ ਕਰਦੇ ਸੀ। ਇਸੇ ਕਰਕੇ ਮੈਨੂੰ ਬੇਨਤੀ ਹੈ ਕਿ ਬਈ ਮੈਂ ਬੇਨਤੀ ਕਰਦਾ ਕਿ ਇਸ ਪਾਸੇ ਨਾ ਹੀ ਜਾਈਏ। ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਜਾਣਨ ਦਾ ਕੌਣ ਸੰਤ ਹੈ। ਉਹ ਜਿਤਨਾ ਲੰਬਾ ਚੋਗਾ ਹੋਏਗਾ ਸਾਨੂੰ ਉਨਾ ਚੰਗਾ ਸੰਤ ਲੱਗੇਗਾ, ਪਰ ਉਹ ਸਤ ਨਹੀਂ ਹੈ। ਇਹ ਬਾਹਰੋਂ ਦੇਖੀ ਨਹੀਂ ਪਤਾ ਲੱਗਦਾ ਕੌਣ ਸੰਤ ਹੈ ਕੌਣ ਨਹੀਂ ਹੈ। ਕਿਹਦੇ ਕੋਲ ਐਕਸਪੀਰੀਅੰਸ ਹੈ ਕਿਹਦੇ ਕੋਲ ਨਹੀਂ ਹੈ, ਇਹ ਨਹੀਂ ਅਸੀਂ ਜਾਣਦੇ। ਤਾਂ ਹੀ ਜਾਣ ਸਕਦੇ ਹਾਂ ਜਦ ਸਾਡੇ ਕੋਲ ਐਕਸਪੀਰੀਅੰਸ ਹੋਏ। ਜਦ ਸਾਡੇ ਕੋਲ ਐਕਸਪੀਰੀਅੰਸ ਨਹੀਂ ਹੈ ਫਿਰ ਨਹੀਂ ਜਾਣ ਪਾਉਂਦੇ। ਇਹ ਚੀਜ਼ ਨੂੰ ਸਮਝਣਾ ਜ਼ਰੂਰੀ ਹੈ। ਤਾਂ ਇਸ ਚੈਪਟਰ ਨੂੰ ਅਸੀਂ ਖੋਲ੍ਹੀਏ ਹੀ ਨਾ। ਅਸੀਂ ਫਿਜ਼ੀਕਲ ਪ੍ਰੈਜ਼ੈਂਸ ਨਾ ਲੱਭੀਏ ਇਨਸਾਨਾਂ ਦੀ, ਉੱਥੇ ਧੋਖਾ ਹੈ। ਸ਼ਬਦ ਦੀ ਹਜ਼ੂਰੀ ਲੱਭੀਏ। ਸ਼ਬਦ ਦੀ ਹਜ਼ੂਰੀ ਜੋ ਦੇਗਾ, ਜੋ ਨਾਲ ਜਿਹਦੇ ਸੰਗਤ ਸ਼ਬਦ ਦੀ ਹੋ ਸਕੇ, ਉਸ ਦੀ ਵੈਲਿਊ ਹੈ। ਉਸੇ ਨੂੰ ਅਸੀਂ ਜਾਣੀਏ ਵੈਲਿਊਬਲ। ਜਿੱਥੇ ਬਹਿ ਕੇ ਨਾਮ ਦੀ ਗੱਲ ਹੋ ਜੇ, ਇੱਕੋ ਨਾਮ ਵਖਾਣੀਏ, ਉੱਥੇ ਸਤਸੰਗ ਹੈ। ਦਰਅਸਲ ਅਸੀਂ ਅਰਦਾਸ ਨਾਲ ਨਾਲ ਕਰੀਏ, ਨਾਲ ਨਾਲ ਇਹ ਚੀਜ਼ ਨੂੰ ਸੰਭਾਲਦੇ ਚੱਲੀਏ ਕਿ ਸਾਡਾ ਫੋਕਸ ਕੀ ਹੈ। ਸਾਨੂੰ ਸਾਹਿਬ ਉਸੇ ਪਾਸੇ ਨੂੰ ਲਿਜਾ ਰਹੇ ਹਨ। ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਅਸੀਂ ਇਹਨਾਂ ਪਿਟਫਾਲਸ ਦੇ ਵਿੱਚ ਨਾ ਫਸ ਜਾਈਏ। ਕਿਸੇ ਹੋਰ ਦਾ ਯੋਗ ਦੇਖ ਕੇ ਅਸੀਂ ਵੀ ਯੋਗ ਵੱਲ ਟੁਰ ਪਈਏ, ਫਿਰ ਸਾਨੂੰ ਆਪਣਾ ਐਕਸਪੀਰੀਅੰਸ ਨਹੀਂ ਆਇਆ। ਉਹ ਕਹਿੰਦੇ ਨੇ ਹੈਂਡ ਠੀਕ ਹੈ, ਹੈਂਡ। ਅਸੀਂ ਉਹਦੇ ਵਿੱਚ ਨਾ ਉਹਨੂੰ ਮਾੜਾ ਕਹਿੰਦੇ ਨਾ ਚੰਗਾ ਕਹਿੰਦੇ, ਨੌਨ ਜਜਮੈਂਟਲ। ਅੱਜ ਸਾਹਿਬ ਗੱਲ ਕਰਦੇ ਨੇ ਮੂਰਖਾਂ ਦੀ, ਹਥਿਆਰਿਆਂ ਦੀ। ਇਹ ਜਿਹੜੀ ਪੰਕਤੀਆਂ ਨੇ ਪਹਿਲਾਂ ਥੋੜ੍ਹੀ ਵਿਚਾਰ ਲਈਏ, ਫਿਰ ਅਸੀਂ ਇਹ ਵਿਚਾਰੀਏ ਕਿ ਵੀ ਇਸ ਤਰ੍ਹਾਂ ਦੀ ਭਾਵਨਾਵਾਂ ਸਾਡੇ ਵਿੱਚ ਕਿਉਂ ਆਉਂਦੀਆਂ ਨੇ, ਜਿਹਦੇ ਵਿੱਚ ਅਸੀਂ ਦੂਸਰੇ ਦਾ ਹੱਕ ਮਾਰਨ ਦਾ ਯਤਨ ਕਰਦੇ ਹਾਂ, ਦੂਸਰੇ ਨੂੰ ਦੁੱਖ ਦੇਣ ਦਾ ਯਤਨ ਕਰਦੇ ਹਾਂ। ਅਸੰਖ ਮੂਰਖ ਅੰਧਕੋਰ। ਮੂਰਖ ਨੇ ਅਸੰਖ। ਮੂਰਖ ਸ਼ਬਦ ਅਗਰ ਲਿਟਰਲੀ ਟਰਾਂਸਲੇਟ ਕਰੀਏ ਤਾਂ ਮੂੰਹ ਨੂੰ ਜੋ ਅੱਗੇ ਰੱਖਦਾ ਹੈ ਵੀ ਮੈਂ ਵੱਡਾ ਹਾਂ, ਮੈਂ ਜ਼ਿਆਦਾ ਜਾਣਦਾ ਹਾਂ। ਦੂਸਰੇ ਅੰਧਕੋਰ, ਘੋਰ, ਜਿਨ੍ਹਾਂ ਨੂੰ ਬਿਲਕੁਲ ਹੀ ਗਿਆਨ ਨਹੀਂ ਹੈ, ਉਸ ਅਗਿਆਨਤਾ ਵਿੱਚ ਅੰਨੇ ਹੋਏ ਹਨ। ਅਸੰਖ ਨੇ ਇਹੋ ਜਿਹੇ, ਕਹਿੰਦੇ ਮਹਾਰਾਜ। ਅਸੰਖ ਚੋਰ ਹਰਾਮਖੋਰ, ਅਸੰਖ ਚੋਰ ਨੇ। ਹੁਣ ਚੋਰ ਦੇ ਭਾਵ ਨੂੰ, ਮੂਰਖ ਦੇ ਭਾਵ ਨੂੰ ਅਸੀਂ ਖੋਲਾਂਗੇ ਤੇ ਕਈ ਬਣ ਜਾਣਗੇ। ਸਿਰਫ ਚੋਰੀ ਪਦਾਰਥ ਦੀ ਨਹੀਂ ਹੁੰਦੀ, ਕਈ ਤਰ੍ਹਾਂ ਦੀ ਚੋਰੀਆਂ ਹੁੰਦੀਆਂ। ਅਸੀਂ ਹਰ ਤਰ੍ਹਾਂ ਦੇ ਦਰਸ਼ਨ ਦੁਨੀਆ ਵਿੱਚ ਕੀਤੇ ਹੋਏ ਹਨ। ਅਸੰਖ ਚੋਰ ਹਨ ਕਹਿੰਦੇ ਨੇ। ਅੱਜ ਕੱਲ੍ਹ ਮੰਨਿਆ ਜਾਂਦਾ ਪਲੇਜਰਿਜ਼ਮ। ਉਹ ਕਹਿੰਦੇ ਕਿਸੇ ਦੀ ਕਾਪੀ ਕੀਤੀ ਉਹ ਵੀ ਚੋਰੀ ਹੈ। ਪ੍ਰੋਡਕਟ ਦੀ ਆਈਡੀਆਜ਼ ਦੀ ਕਾਪੀ ਕੀਤੀ ਉਹ ਵੀ ਚੋਰੀ ਹੈ। ਚੋਰੀਆਂ ਤਾਂ ਕਈ ਤਰ੍ਹਾਂ ਦੀਆਂ ਹੋ ਗਈਆਂ। ਹਰਾਮਖੋਰ,
ਜੋ ਹਲਾਲ ਦਾ ਨਹੀਂ ਕਰਦੇ, ਹਲਾਲ ਦਾ ਮਿਹਨਤ ਦਾ ਨਹੀਂ ਖਾਂਦੇ, ਜੋ ਉਹਦਾ ਨਹੀਂ ਹੈ ਉਸ 'ਤੇ ਨਿਗਾਹ ਪਾਉਂਦੇ ਨੇ। ਇਹ ਵਿਚਾਰਨਾ ਜ਼ਰੂਰੀ ਹੈ ਕਿ ਮੇਰੇ 'ਚ ਇਹ ਭਾਵ ਕਿਉਂ ਆਉਂਦੇ ਨੇ, ਇਹੋ ਜਿਹੀ ਥਾਟਸ ਕਿਉਂ ਮੇਰੇ ਮਨ 'ਚ ਵਿਜ਼ਿਟ ਕਰਦੀਆਂ, ਕਾਰਨ ਉਹਦਾ ਮੂਲ ਤਨ ਰੂਟ ਕਾਜ਼ ਕੀ ਹੈ। ਜਦੋਂ ਦਾ ਰੂਟ ਕਾਜ਼ ਅਸੀਂ ਸਮਝ ਲਾਂਗੇ ਤਾਂ ਸ਼ਾਇਦ ਸਾਨੂੰ ਕੁਛ ਜੀਵਨ ਬਾਰੇ ਇਹੋ ਜਿਹੇ ਦਰਸ਼ਨ ਹੋ ਜਾਣ ਜਿਹਦੇ ਨਾਲ ਅਸੀਂ ਆਪਣੇ ਮਨ ਦੇ ਵਿੱਚ ਪੜਤਾਲ, ਸਵੈ ਪੜਤਾਲ ਵੱਲ ਸ਼ਾਇਦ ਉਤਰ ਪਾਈਏ। ਔਰ ਕਿਤਨੇ ਹੀ ਸਾਡੇ 'ਚੋਂ ਦੂਸਰੇ 'ਤੇ ਜ਼ੋਰ ਪਾਉਂਦੇ ਨੇ, ਦੂਸਰੇ ਨੂੰ ਫੋਰਸ ਕਰਦੇ ਨੇ, ਡੋਮੀਨੇਟ ਕਰਦੇ ਨੇ। ਕਈ ਤਰ੍ਹਾਂ ਨਾਲ ਵਾਇਲੈਂਸ ਹੁੰਦੀ ਜੀਵਨ ਵਿੱਚ। ਕਿਵੇਂ ਵਾਇਲੈਂਸ ਹੁੰਦੀ ਅਸੀਂ ਜਾਣਦੇ ਹਾਂ। ਥਾਟ ਦੀ ਵਾਇਲੈਂਸ ਹੋ ਗਈ, ਜ਼ਬਰਦਸਤੀ ਹੋ ਗਈ, ਪਰਿਵਾਰਾਂ ਵਿੱਚ ਹੀ ਹੋ ਜਾਂਦੀ ਹੈ, ਫਿਜ਼ੀਕਲ ਨਾ ਵੀ ਹੋਏ। ਮੈਂ ਆਪਣੀ ਵਿਊਜ਼ ਕਿਸੇ ਨੂੰ ਇੰਪੋਜ਼ ਕਰਕੇ ਉਸ 'ਤੇ ਜ਼ਬਰ ਕਰਾਂ। ਇਸ ਤਰ੍ਹਾਂ ਦੇਖੀਏ ਤਾਂ ਸਾਹਿਬ ਨੇ ਆਪਣਾ ਜੀਵਨ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਕੁੱਟਿਆ ਨਹੀਂ ਹੈ ਕਿ ਉਹ ਗੁਰਮਤ ਮਾਰਗ ਵੱਲ ਨਹੀਂ ਚੱਲ ਰਹੇ ਹਨ। ਹਾਂ, ਉਹਨਾਂ ਨੂੰ ਫੀਲ ਤੇ ਜ਼ਰੂਰ ਹੋਇਆ ਹੋਏਗਾ। ਮਾਤਾ ਨੇ ਕਿਧਰੇ ਕਿਹਾ ਵੀ ਕਿ ਤੁਸੀਂ ਗੁਰਿਆਈ ਬਾਹਰ ਦਿੰਦੇ ਹੋ, ਆਪਣੇ ਬੱਚਿਆਂ ਨੂੰ ਨਹੀਂ ਦਿੰਦੇ। ਤਾਂ ਸਾਹਿਬ ਨੇ ਕਿਹਾ ਮੈਂ ਤਾਂ ਦੇਣ ਨੂੰ ਫਿਰਦਾ, ਲੈਂਦੇ ਹੀ ਨਹੀਂ ਤਾਂ ਮੈਂ ਕੀ ਕਰਾਂ। ਨਿਰਾਸ਼ ਤੇ ਜ਼ਰੂਰ ਹੋਏ ਹੋਣਗੇ, ਪਰ ਉਹਨਾਂ ਨੇ ਧੱਕਾ ਨਹੀਂ ਕੀਤਾ, ਜ਼ਬਰ ਨਹੀਂ ਕੀਤਾ। ਉਹਨਾਂ ਨੂੰ ਮਨ ਦੀ ਸਾਈਕੋਲੋਜੀ ਦਾ ਪਤਾ ਹੈ ਕਿ ਜਿਤਨਾ ਜ਼ਬਰਦਸਤੀ ਨਾਲ ਰੋਕਾਂਗੇ ਉਤਨਾ ਉਹ ਹੋਰ ਦੂਰ ਜਾਏਗਾ। ਇਹ ਚੀਜ਼ ਨੂੰ ਵੀ ਜਾਣਨਾ ਹੈ ਕਿ ਜੀਵਨ ਵਿੱਚ ਇਹ ਚੀਜ਼ ਵੀ ਸਾਹਿਬ ਨੇ ਸਾਨੂੰ ਪ੍ਰਤੱਖ ਕੀਤੀ ਹੈ। ਇਸ ਕਰਕੇ ਗੁਰਗੱਦੀ ਪਰਿਵਾਰ ਵਿੱਚ ਨਹੀਂ ਰਹੀ, ਕਿਉਂਕਿ ਕੋਈ ਪਾਤਰ ਨਹੀਂ ਸੀ। ਇਸ ਤਰ੍ਹਾਂ ਨਹੀਂ ਸੀ ਕਿ ਪਰਿਵਾਰ ਨਾਲ ਨਹੀਂ ਉਹਨਾਂ ਦਾ ਭਾਵਨਾ ਨਹੀਂ ਜੁੜੀ ਹੈ ਜਾਂ ਉਹਨਾਂ ਨਾਲ ਪ੍ਰੇਮ ਨਹੀਂ ਹੈ। ਜਦੋਂ ਪਰਾਏ ਨਾਲ ਪ੍ਰੇਮ ਹੈ ਗੁਰੂ ਨੂੰ, ਤਾਂ ਆਪਣੇ ਨਾਲ ਕਿਉਂ ਨਹੀਂ ਹੋਏਗਾ। ਇਸ ਤਰ੍ਹਾਂ ਪੋਸੀਬਿਲਿਟੀ ਨਹੀਂ ਹੈ। ਜਦ ਪਰਾਏ ਦੇ ਉੱਤੇ ਉਪਕਾਰ ਕਰਨ ਨੂੰ ਤਿਆਰ ਨੇ ਤਾਂ ਆਪਣੇ ਦਾ ਭਲਾ ਕਿਉਂ ਨਹੀਂ ਕਰਨਗੇ। ਪਰ ਇਹ ਚੀਜ਼ਾਂ ਫੋਰਸ ਨਹੀਂ ਹੁੰਦੀਆਂ। ਉਹ ਚਾਹਣਗੇ ਤਾਂ ਹੀ ਉਹ ਪਾਤਰ ਬਣਨਗੇ, ਜਾਂ ਉਹਨਾਂ ਦੀ ਵਿਲ ਹੋਏਗੀ ਤਾਂ ਹੀ ਉਹ ਐਕਸੈਪਟ ਕਰਨਗੇ ਉਸ ਕਿਰਪਾ ਨੂੰ। ਜੇ ਉਹ ਨਹੀਂ ਚਾਹਣਗੇ ਤਾਂ ਫੋਰਸ ਕਰਨ ਨਾਲ ਕੋਈ ਲਾਭ ਨਹੀਂ ਹੈ। ਜ਼ਰੂਰ ਉਹਨਾਂ ਨੇ ਸਮਝਾਇਆ ਹੋਏਗਾ, ਜ਼ਰੂਰ ਕਿਹਾ ਹੋਏਗਾ। ਇਸ ਤਰ੍ਹਾਂ ਦੇ ਭਾਵ ਜਦੋਂ ਅਸੀਂ ਦੇਖਦੇ ਹਾਂ ਜੀਵਨ ਵਿੱਚ, ਤਾਂ ਸਾਨੂੰ ਕੁਝ ਸਮਝ ਆਉਂਦੀ ਹੈ ਕਿ ਇੱਕ ਫਰੀਡਮ ਹੈ ਜੀਵਨ ਵਿੱਚ, ਔਰ ਉਸ ਨੂੰ ਅਸੀਂ ਜਦੋਂ ਰੋਕਾਂਗੇ ਤਾਂ ਉਹਦੇ 'ਚ ਵਿਘਨ ਆਉਣਗੇ। ਫਿਰ ਉਹ ਟੈਨਸ਼ਨ ਕ੍ਰੀਏਟ ਹੋਏਗੀ ਲਾਈਫ ਵਿੱਚ, ਪ੍ਰੈਸ਼ਰਸ ਕ੍ਰੀਏਟ ਹੋਣਗੇ ਲਾਈਫ ਵਿੱਚ। ਅਸੰਖ ਅਮਰ ਕਰ ਜਾਹੇ ਜੋਰ। ਆਪਣੇ ਵਿਲ ਨੂੰ, ਆਪਣੀ ਥਾਟ ਨੂੰ ਜ਼ਬਰਦਸਤੀ ਦੂਸਰੇ 'ਤੇ ਇੰਪੋਜ਼ ਕਰਨਾ, ਇਹ ਬਹੁਤ ਵੱਡੀ ਵਾਇਲੈਂਸ ਹੈ। ਬਾਦਫਾ ਜਿਹੜੇ ਲੋਕ ਆਪਣੇ ਆਪ ਨੂੰ ਨੋਇਲ ਵਾਇਲੈਂਟ ਕਹਿੰਦੇ ਹੈ, ਉਹ ਵੀ ਇਹਦੇ ਵਿੱਚ ਨਿਪੁੰਨ ਹੋ ਜਾਂਦੇ ਹੈ। ਇਮੋਸ਼ਨਲ ਬਲੈਕਮੇਲ ਵਰਡ ਬੜਾ ਕਾਮਨ ਵਰਡ ਯੂਜ਼ ਹੁੰਦਾ ਹੈ। ਆਪਣੀ ਵਿਲ ਨੂੰ ਫੋਰਸ ਕਰਨਾ, ਖਾਸ ਕਰਕੇ ਬੱਚਿਆਂ 'ਤੇ ਹੋ ਜਾਂਦਾ ਹੈ। ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਮਨ ਦੇ ਜਿਹੜੇ ਡਾਰਕ ਹਨੇਰੇ ਦੇ ਕੋਨੇ ਨੇ ਉਹ ਕਿਸ ਤਰ੍ਹਾਂ ਦੇ ਨੇ। ਅਸੰਖ ਗਲ ਵੱਢ ਹੱਥਿਆ ਕਮਾਏ। ਜਿਹੜੇ ਗਲ ਵੱਢਣ ਵਾਲੇ ਨੇ ਉਹ ਹੱਥਿਆ ਕਮਾਉਂਦੇ ਹਨ। ਜਿਨ੍ਹਾਂ ਦਾ ਨੇਚਰ ਹੀ ਇਹ ਹੈ ਕਿ ਲੋਕਾਂ ਦਾ ਗਲ ਵੱਢਦੇ ਹੈ, ਉਹ ਦੂਸਰੇ ਨੂੰ ਨੁਕਸਾਨ ਦੇ ਕੇ ਉਹਨਾਂ ਨੂੰ ਕੁਛ ਨਹੀਂ ਮਹਿਸੂਸ ਹੁੰਦਾ। ਉਹ ਕਰਦੇ ਨੇ, ਇਹ ਸਭ ਹੁੰਦਾ ਹੈ। ਔਰ ਇਹ ਅਸੀਂ ਦੇਖਿਆ ਕਿ ਇਸ ਤਰ੍ਹਾਂ ਨਹੀਂ ਹੈ ਕਿ ਸਾਡੀ ਸੁਸਾਇਟੀ ਵਿੱਚ ਵੀ ਹੁੰਦਾ ਹੈ। ਇਹ ਜਿਹੜੀ ਸੁਸਾਇਟੀਜ਼ ਬਹੁਤ ਅੱਗੇ ਚਲੀਆਂ ਗਈਆਂ ਉੱਥੇ ਵੀ ਇਹ ਹੁੰਦਾ ਹੈ। ਹੁਣ ਉੱਥੇ ਵੀ ਹਨੇਰਾ ਛਿਪਿਆ ਹੋਇਆ ਕਿਤੇ ਲੋਕਾਂ ਦੇ ਮਨਾਂ ਵਿੱਚ। ਔਰ ਇਸ ਨੂੰ ਅਸੀਂ ਦੂਸਰੇ ਨੂੰ ਕਹਿ ਕੇ ਨਾ ਕਰੀਏ ਕਿ ਉਹ ਉਸ ਦੇ ਮਨ ਦੇ ਹਾਲਾਤ ਨੇ। ਇੱਕ ਸਿਆਣਾ ਕਹਿੰਦਾ ਕਿ ਸੁਸਾਇਟੀ ਵਿੱਚ ਜੋ ਕੁਛ ਹੁੰਦਾ ਹੈ ਉਹਦੇ 'ਚ ਮੇਰਾ ਵੀ ਹਿੱਸਾ ਹੈ।
ਮਾੜਾ ਹੁੰਦਾ ਜਾਂ ਚੰਗਾ ਹੁੰਦਾ, ਉਹਦੇ 'ਚ ਮੈਂ ਭੋਗੀ ਹਾਂ, ਮੈਂ ਉਹਦੇ 'ਚ ਭਾਗੀ ਹਾਂ, ਮੈਂ ਭਾਗੀਦਾਰ ਹਾਂ, ਉਹ ਮੇਰਾ ਵੀ ਉਹਦੇ ਵਿੱਚ ਰੋਲ ਹੈ। ਅਤੇ ਕਿਸੇ ਨੇ ਹੱਥਿਆ ਕਮਾਈ ਜਾਂ ਜ਼ਬਰਦਸਤੀ ਕੀਤੀ ਤਾਂ ਮੈਂ ਉਸ ਸੁਸਾਇਟੀ ਵਿੱਚ ਰਹਿੰਦਾ ਹੋਇਆ ਮੇਰਾ ਵੀ ਹਿੱਸਾ ਹੈ ਉਹਦੇ ਵਿੱਚ। ਇਸ ਕਰਕੇ ਅਸੀਂ ਇਹ ਦੂਸਰੇ ਨੂੰ ਦੋਸ਼ ਦੇ ਕੇ ਆਪਣੇ ਆਪ ਨੂੰ ਆਜ਼ਾਦ ਨਾ ਕਰ ਲਈਏ, ਇਹਦੇ 'ਚ ਮੇਰਾ ਵੀ ਹਿੱਸਾ ਹੈ, ਕਿਉਂਕਿ ਮੈਂ ਉਸ ਮਨ ਦਾ ਹਿੱਸਾ ਹਾਂ ਜਿਸ ਮਨ 'ਚੋਂ ਇਹ ਭਾਵਨਾਵਾਂ ਆ ਰਹੀਆਂ ਹਨ। ਉਸ ਸੁਸਾਇਟੀ ਵਿੱਚ ਵੈਲਿਊ ਸਿਸਟਮ ਇਹੋ ਜਿਹਾ ਬਣਿਆ ਹੋਇਆ ਹੈ, ਉਹ ਮੈਂ ਵੀ ਉਹਦਾ ਪਾਰਟ ਹਾਂ। ਕੌਨਫਲਿਕਟਸ ਔਰ ਬੈਰ ਵਿਰੋਧ ਦੁਨੀਆ ਵਿੱਚ ਇਸ ਤਰ੍ਹਾਂ ਚੱਲਦੇ ਹਨ ਕਿਉਂਕਿ ਫਿਜ਼ੀਕਲ ਪੱਧਰ 'ਤੇ, ਦੁਵੈਤ ਦੇ ਪੱਧਰ 'ਤੇ ਮਨ ਬੜਾ ਡਿਵਾਈਡਡ ਹੈ। ਉਹਦੇ ਵਿੱਚ ਯੂਨਿਟੀ ਨਹੀਂ ਹੈ, ਹਾਰਮਨੀ ਨਹੀਂ ਹੈ, ਫਲੋ ਨਹੀਂ ਹੈ, ਪ੍ਰੇਮ ਨਹੀਂ ਹੈ। ਤਾਂ ਅਸੰਖ ਗਲਵੜ, ਹੱਤਿਆ ਕਮਾਏ, ਇਹ ਵੀ ਹੋ ਰਿਹਾ ਹੈ। ਅਸੀਂ ਵੀ ਇਹਦਾ ਹਿੱਸਾ ਹਾਂ। ਅਸੰਖ ਪਾਪੀ ਪਾਪ ਕਰ ਜਾਏ। ਕਿੰਨੇ ਹੀ ਪਾਪੀ ਨੇ। ਕਿਹੜਾ ਪਾਪ ਹੈ ਦੁਨੀਆ ਵਿੱਚ ਜ਼ਿਆਦਾ? ਦੂਸਰੇ ਦਾ ਹੱਕ ਮਾਰਨਾ, ਦੂਸਰੇ ਨੂੰ ਦੁੱਖ ਦੇਣਾ। ਸਾਹਿਬ ਸਾਨੂੰ ਇਹਦਾ ਉਪਦੇਸ਼ ਦਿੰਦੇ ਆ ਵੀ ਜੀਵਨ ਵਿੱਚ ਇਹ ਜਿਹੜੀ ਦੂਸਰੇ ਦਾ ਪੱਖ ਹੈ ਉਹਦਾ ਕੀ ਮਤਲਬ ਹੈ। ਇਹ ਚੀਜ਼ਾਂ ਸਮਝਣੀਆਂ ਸਾਨੂੰ ਕਿ ਕੀ ਹੈ ਦੂਸਰਾ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਕਹਿੰਦੇ ਨੇ ਮੁਸਲਮਾਨ ਲਈ ਸੂਰ ਹੈ, ਹਿੰਦੂ ਲਈ ਗਾਹ ਹੈ, ਜੋ ਫਰਬਿਡਨ ਹੈ। ਹੱਕ ਪਰਾਇਆ, ਪਰ ਮੈਨੂੰ ਤਾਂ ਇਹਦੇ 'ਚ ਸਵਾਦ ਆਉਂਦਾ ਹੈ ਦੂਸਰੇ ਦਾ ਹੱਕ ਮਾਰਦੇ। ਕਈ ਸੁਸਾਇਟੀਜ਼ ਵਿੱਚ ਇਸ ਤਰ੍ਹਾਂ ਸੁਣਿਆ ਜਾਂਦਾ, ਕਲੈਪਟੋਮੇਨੀਆ ਇੱਕ ਬੜਾ ਵਰਡ ਹੈਗਾ। ਉਹ ਛੋਟੀ ਚੋਰੀਆਂ ਕਰਦੇ, ਦੁਕਾਨ 'ਚ ਜਾ ਕੇ ਚੋਰੀ ਕਰਨ ਦੀ ਇੱਕ ਐਡਿਕਸ਼ਨ ਹੋ ਜਾਂਦੀ ਹੈ। ਅੱਜ ਮੈਂ ਪਲੇਟ ਚੋਰੀ ਕਰ ਲਿਆ, ਅੱਜ ਮੈਂ ਕੱਪੜਾ ਚੋਰੀ ਕਰ ਲਿਆ, ਅੱਜ ਮੈਂ ਸਾਬੁਣ ਲੈ ਆਏ। ਪੈਸੇ ਦੀ ਗੱਲ ਨਹੀਂ ਹੈ, ਇਹ ਕਾਰਨ ਇੱਕ ਸਾਈਕੋਲੋਜੀਕਲ ਇਸ਼ੂ ਹੈ ਜਿਹਦੇ ਕਰਕੇ ਇਹ ਭਾਵਨਾ ਉੱਠਦੀ ਹੈ ਕਿ ਦੂਸਰੇ ਦਾ ਹੱਕ ਲੈ ਤਾਂ ਮੈਨੂੰ ਫਾਇਦਾ ਹੈ। ਉਹਦੇ ਵਿੱਚ ਕਿੰਨੀ ਵੱਡੀ ਵਸਤੂ ਹੈ ਉਹ ਗੱਲ ਨਹੀਂ ਮਨ ਰੱਖਦੀ। ਇਹ ਮਨ ਦਾ ਰੋਗ ਹੈ। ਇਹ ਚੀਜ਼ਾਂ ਸਮਝਣੀਆਂ ਸਾਨੂੰ ਜੀਵਨ ਬਾਰੇ, ਤਾਂ ਕਿ ਆਪਣੇ ਮਨ ਨੂੰ ਮੈਂ ਸੁਧਾਰ ਸਕਾਂ। ਮੇਰਾ ਮਨ ਸੁਧਰੇ, ਸ਼ਾਇਦ ਸੁਸਾਇਟੀ ਵੀ ਉਸ ਦਾ ਹਿੱਸੇਦਾਰ ਬਣ ਜੇ। ਕਿਉਂਕਿ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮਨ ਮੈਲਾ ਹੈ, ਸਭ ਕੁਝ ਮੈਲਾ ਹੈ। ਹੁਣ ਤਨ ਨੂੰ ਧੋਏ ਜਾਓ, ਕੀ ਬਣੇਗਾ ਉਹਦੇ ਨਾਲ? ਦੇਖੋ ਗੱਲ ਕੀ ਹੈ, ਗੁਰਮਤਿ ਮਾਰਗ ਜਿਹੜਾ ਹੈ ਇਹ ਮਨ ਦੀ ਸਾਈਕੋਲੋਜੀ ਹੈ, ਸਪਿਰਿਚੁਅਲ ਸਾਈਕੋਲੋਜੀ। ਜਿਹੜੀ ਸਾਈਕੋਲੋਜੀ ਅਸੀਂ ਅੱਜ ਸਾਈਕੋਲੋਜਿਸਟ ਔਰ ਸਾਈਕੈਟਰਿਕ ਲੈਵਲ 'ਤੇ ਦੇਖਦੇ ਹਾਂ, ਉਹਦੇ ਵਿੱਚ ਸਪਿਰਿਚੁਅਲਿਟੀ ਦੀ ਦਰਸ਼ਨ ਨਹੀਂ ਹਨ। ਪਰ ਇੱਥੇ ਕਨੈਕਸ਼ਨ ਹੈ। ਪਰ ਜੇ ਅਸੀਂ ਕੁਛ ਸਾਈਕੋਲੋਜਿਸਟ ਜਿਹੜੇ ਬਣੇ ਆ ਵੈਸਟ ਤੋਂ, ਕੁਛਾਂ ਦੇ ਦਰਸ਼ਨ ਕਰੀਏ ਤਾਂ ਇਸ ਤਰ੍ਹਾਂ ਲੱਗਦਾ ਕਿ ਇਹ ਤਾਂ ਧਾਰਮਿਕ ਲੋਕ ਨੇ। ਕਾਰਲ ਗੁਸਤਾਵ ਜੁੰਗ ਫਰੋਇਡ ਦਾ ਨਾਲ ਰਿਹਾ ਹੈ। ਉਹਦੇ ਕਈ ਵਾਰ ਲੇਖ ਪੜ੍ਹੋ ਤਾਂ ਇਉਂ ਲੱਗਦਾ ਜਿਵੇਂ ਇਹ ਤਾਂ ਧਾਰਮਿਕ ਗੱਲ ਹੈ। ਕਿਉਂਕਿ ਕੱਲ੍ਹ ਜਦੋਂ ਮਨ ਦੇ ਰੋਗਾਂ ਦਾ ਗਿਆਨ ਹੋ ਜਾਏਗਾ ਤਾਂ ਮਨ ਨਿਰੋਗੀ ਕਿਵੇਂ ਹੁੰਦਾ ਉਹਦਾ ਵੀ ਗਿਆਨ ਹੋ ਜਾਏਗਾ। ਉਹਦੇ ਦਰਸ਼ਨ ਕਰਨੇ ਜ਼ਰੂਰੀ ਨੇ। ਮਹਾਰਾਜ ਇਸ ਤਰ੍ਹਾਂ ਦੋਨੋਂ ਪਹਿਲੂਆਂ ਦੀਆਂ ਗੱਲਾਂ ਕਰਦੇ ਆ। ਭਗਤ ਕਬੀਰ ਨਾਲ ਨਾਲ ਕਹਿ ਜਾਂਦੇ, ਆਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਐਬਸੋਲੂਟ ਦੇ ਵਿੱਚ ਕੋਈ ਮਾੜਾ ਚੰਗਾ ਨਹੀਂ ਹੈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਹੁਣ ਇੱਥੇ ਅਸੀਂ ਜਦੋਂ ਗੁਰਮਤਿ ਮਾਰਗ ਦੇ ਵਿੱਚ
ਇਸ ਤਰ੍ਹਾਂ ਦੀ ਭਾਵਨਾ ਰੱਖਾਂਗੇ ਕਿ ਮੈਂ ਵਿਚਾਰਾਂ ਨਾਲ ਚੰਗਾ ਬਣਨ ਵਾਲਾ ਹਾਂ, ਤੇ ਇੱਥੇ ਫਿਰ ਇਹ ਡਾਈਕੋਟਮੀ ਖੜੀ ਹੋ ਗਈ। ਜਦ ਸਾਹਿਬ ਕਹਿ ਰਹੇ ਹੈ ਕਿ ਮੰਦਾ ਔਰ ਚੰਗਾ ਹੈ ਹੀ ਨਹੀਂ, ਤਾਂ ਮੈਂ ਫਿਰ ਉਹਨੂੰ ਆਪ ਹੀ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦਾ। ਮੈਂ ਕਹਿੰਦਾ ਹੁਣ ਮੈਂ ਚੰਗੀਆਂ ਕੁਆਲਿਟੀਜ਼ ਇੰਬਾਈਬ ਕਰਾਂਗਾ, ਤਾਂ ਮੈਂ ਉਸ ਚੀਜ਼ ਦੇ ਕੌਨਫਲਿਕਟ ਵਿੱਚ ਖੜਾ ਹੋ ਰਿਹਾ ਜਿਹੜੀ ਗੁਰਮਤ ਮੈਨੂੰ ਸਿਖਾ ਰਹੀ ਹੈ ਕਿ ਕੋਈ ਮੰਦਾ ਚੰਗਾ ਹੈ ਨਹੀਂ ਅਸਲ ਵਿੱਚ। ਤਾਂ ਫਿਰ ਕੀ ਹੈ? ਇਹ ਕੂੜ ਦੀ ਪਾਲ ਹੈ ਭਾਈ, ਝੂਠ ਦੀ ਪਾਲ ਹੈ ਸਾਰੀ। ਇੱਥੇ ਦੋਨੋਂ ਹੀ ਛੱਡਣੇ ਪੈਣਗੇ। ਉਹ ਜਿਹੜਾ ਸਥਾਨ ਹੈ ਜਿੱਥੇ ਅਸੀਂ ਧਰਮ ਕਮਾਵਾਂਗੇ, ਜਿਹੜੀ ਧਰਮਸਾਲ ਹੈ ਮਨ ਦੀ, ਉੱਥੇ ਨਾ ਚੰਗਾ ਨਾ ਮਾੜਾ, ਉੱਥੇ ਆਨੰਦ ਹੈ, ਉੱਥੇ ਪ੍ਰੇਮ ਹੈ, ਉੱਥੇ ਇੱਕ ਦਰਸ਼ਨ ਨੇ ਜਿੱਥੇ ਮਾੜਾ ਚੰਗਾ ਕੁਛ ਨਹੀਂ ਰਹਿੰਦਾ। ਜਿੱਥੇ ਅਗਰ ਗੌਤਮ ਬੁੱਧ ਦੇ ਅੱਗੇ ਅੰਗੁਲੀ ਮਾਲ ਆਉਂਦਾ ਹੈ, ਜਿਹੜਾ ਲੋਕਾਂ ਨੂੰ ਮਾਰ ਕੇ ਗਲਵੜ ਹੱਥਿਆ ਕਮਾਏ, ਲੋਕਾਂ ਨੂੰ ਮਾਰ ਕੇ ਉਹਦੀ ਉਂਗਲੀਆਂ ਦਾ ਹਾਰ ਬਣਾਉਂਦਾ ਹੈ, ਉਹ ਸਾਹਮਣੇ ਆਉਂਦਾ ਹੈ, ਤੇ ਗੌਤਮ ਬੁੱਧ ਉਸਨੂੰ ਇਹ ਨਹੀਂ ਕਹਿੰਦਾ ਕਿ ਤੂੰ ਮਾੜਾ ਹੈ, ਪਹਿਲੇ ਚੰਗਾ ਬਣ ਕੇ ਆ। ਸਿਧਾਰਥ ਔਰ ਗੌਤਮ ਬੁੱਧ, ਸਿਧਾਰਥ ਅਸੀਂ ਹੈਗੇ ਹਾਂ, ਦੁਐਤ ਵਿੱਚ ਘੁੰਮ ਰਹੇ ਹਾਂ। ਗੌਤਮ ਬੁੱਧ ਉਹ ਹੈ ਜੋ ਇਕਾਗਰ ਮਨ ਵਿੱਚ ਆਨੰਦ ਦੀ ਦਰਸ਼ਨ ਔਰ ਜੜ ਦੇ ਵਿੱਚ ਬੈਠਾ ਹੈ, ਮਨ ਦੇ ਜੜ ਵਿੱਚ ਬੈਠਾ ਹੈ। ਉਹ ਮਨ ਨੂੰ ਤਹਿ ਤੋਂ ਪਲਟ ਦਿੰਦਾ ਹੈ। ਸੱਜਣ ਠੱਗ ਨੂੰ ਅਗਰ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਤਾਂ ਉਹਦੇ ਮਨ ਨੂੰ ਤਹਿ ਤੋਂ ਪਲਟ ਦਿੱਤਾ, ਉਹਦੇ ਮਨ ਦੇ ਰੋਗ ਖਤਮ ਕਰਤੇ, ਉੱਥੋਂ ਉਹਦਾ ਮਾੜਾ ਕਰਨਾ ਖਤਮ ਹੋਇਆ। ਇਸ ਤਰ੍ਹਾਂ ਨਹੀਂ ਵੀ ਮੈਂ ਮਾੜਾ ਕਰਨਾ ਹਟਾਵਾਂਗਾ ਫਿਰ ਮੇਰੇ ਮਨ ਦੇ ਰੋਗ ਹਟਣਗੇ। ਐਵੇਂ ਬੱਸ ਦੇ ਅੰਦਰ ਬੈਠ ਕੇ ਬੱਸ ਨੂੰ ਧੱਕਾ ਦੇ ਕੋਈ, ਕੀ ਹੋਏਗਾ? ਇਸ ਤਰ੍ਹਾਂ ਹੈ, ਫਿਰ ਮਨ ਹੈ ਨਹੀਂ। ਔਰ ਵਿਚਾਰਾਂ ਨਾਲ ਮੈਂ ਥਿਰ ਕਰਨਾ ਚਾਹੁੰਦਾ, ਕਿਵੇਂ ਹੋ ਜਾਏਗਾ? ਇਹ ਮੇਰਾ ਭਾਵ ਹੈ। ਥੋੜ੍ਹਾ ਜਿਹਾ ਸਾਈਕੋਲੋਜੀ ਸਮਝਣ ਵਾਲੀ ਹੈ। ਇਸ ਭਾਵ ਨਾਲ ਕਈ ਵਾਰ ਇਹ ਮਨ ਵਿੱਚ ਆਉਂਦਾ ਹੈ ਕਿ ਇਹ ਪੰਥ ਵਿੱਚ ਕੁਛ ਇਹੋ ਜਿਹੀ ਸੋਚ ਆ ਗਈ ਜਿੱਥੇ ਪੂਰਾ ਮਨ ਦਾ ਸਾਈਕੋਲੋਜੀ ਨਹੀਂ ਹੈ, ਔਰ ਉਹ ਕਿਸੇ ਕਾਰਨ ਕਰਕੇ ਆਈ ਹੈ। ਉਹ ਇੱਕ ਤਬਕੇ ਦੇ ਲੋਕ ਨੇ ਜਿਹੜੇ ਇਸ ਚੀਜ਼ ਨੂੰ ਪ੍ਰਵਾਨ ਕਰਦੇ ਆ। ਉਹ ਇੱਕ ਪਰਟੀਕੂਲਰ ਸੋਚ ਦੇ ਔਰ ਪਰਟੀਕੂਲਰ ਲਾਈਫ ਸਟਾਈਲ ਦੇ ਲੋਕ ਹੋਣਗੇ, ਕਾਰਨ ਹੈ ਉਹਦਾ। ਬਟ ਇਨ ਦ ਰੀਅਲ ਵਰਲਡ ਅਸੀਂ ਰੋਜ਼ ਉਲਝਦੇ ਹਾਂ ਕਨਫਿਊਜ਼ਨ ਨਾਲ, ਪਰੇਸ਼ਾਨੀਆਂ ਨਾਲ, ਇਨਸਟੇਬਿਲਿਟੀਜ਼ ਦੇ ਪ੍ਰੈਸ਼ਰਸ ਨਾਲ। ਗ੍ਰਸਤ ਜੀਵਨ ਦਾ ਟੈਸਟ ਹੀ ਇਹੀ ਹੈ ਕਿ ਬਾਰ-ਬਾਰ ਸਾਨੂੰ ਜੀਵਨ ਵਿੱਚ ਟੈਸਟ ਆਉਂਦਾ ਹੈ, ਪ੍ਰੈਸ਼ਰ ਆਉਂਦੇ ਹੈ, ਫੇਲੀਅਰਸ ਆਉਂਦੇ ਹੈ, ਨਿਰਾਸ਼ਤਾ ਆਉਂਦੀ ਹੈ। ਉਹ ਸਭ ਅਸੀਂ ਜੀਣੀ ਹੈ। ਜੇ ਅਸੀਂ ਉਸ ਐਕਸਪੋਜ਼ਰ ਦੇ ਵਿੱਚ ਨਹੀਂ ਰਵਾਂਗੇ ਤਾਂ ਫਿਰ ਅਸੀਂ ਉਸ ਨੂੰ ਨਹੀਂ ਜੀਵਾਂਗੇ। ਅਸੀਂ ਕੁਛ ਦੁਨੀਆ ਦਾ ਇਹੋ ਜਿਹਾ ਪਹਿਲੂ ਸੱਚ ਜਾਣ ਲਵਾਂਗੇ ਜਿਹੜਾ ਉਹ ਸੱਚ ਅਸਲ ਵਿੱਚ ਸੱਚ ਨਹੀਂ ਹੈ। ਇੱਕ ਭੁਚਾਲ ਆਏਗਾ, ਸਭ ਕੁਝ ਉੜ ਜਾਏਗਾ। ਗੱਲ ਇੱਥੇ ਹੈ ਕਿ ਇਸ ਦੁਆਇਤ ਦੇ ਮਨ ਨੂੰ ਅਸੀਂ ਜਾਣਨਾ ਹੈ, ਔਰ ਇਹਦੇ ਵਿੱਚ ਰੋਗ ਨੇ। ਮੈਂ ਆਪ ਦੀ ਗੱਲ ਨਹੀਂ ਆਪਣੀ ਜ਼ਿਆਦਾ ਕਰਦਾ ਕਿ ਜਿਹੜਾ ਮਨ ਦੁਆਇਤ ਵਿੱਚ ਹੈ, ਜਦ ਤੱਕ ਉਹ ਨਾਮ ਨਾਲ ਜੁੜ ਜਾਂਦਾ ਹੈ ਫਿਰ ਹੀ ਉਹਦੇ ਰੋਗ ਹਟਦੇ ਨੇ, ਔਰ ਉਹਦੇ 'ਚ ਸਮਾਂ ਲੱਗਦਾ ਹੈ। ਇਹ ਕਾਲਾ ਪੱਖ ਨਾਲ ਚੱਲਦਾ ਹੈ। ਪਰ ਨਾਮ ਨਾਲ ਜਦੋਂ ਅਸੀਂ ਕਮਿਟਮੈਂਟ ਨਾਮ ਵੱਲ ਦੇ ਕੇ ਨਾਮ ਨੂੰ ਸਾਥ ਲੈ ਕੇ ਚੱਲਾਂਗੇ ਤਾਂ ਸਮੇਂ ਨਾਲ ਆਪਣਾ ਰੰਗ ਚੜ੍ਹੇਗਾ, ਪੱਕਾ ਰੰਗ ਚੜ੍ਹੇਗਾ। ਮਜੀਠ ਕਹਿੰਦੇ ਗੱਲ ਕੀ ਹੈ ਕਿ ਇੱਕ ਤਬਕੇ ਨੇ ਇਸ ਤਰ੍ਹਾਂ ਵੀ ਵਿਚਾਰ ਬਣਾ ਲਈ ਕਿ ਜੋ ਮੇਰੀ ਟਰਾਂਸਲੇਸ਼ਨ ਹੈ ਉਹੀ ਠੀਕ ਹੈ, ਬਾਕੀ ਹੋਰ ਕੁਛ ਨਹੀਂ ਹੈ।
ਇਹ ਵੀ ਹੁਣ ਇੱਕ ਤਰ੍ਹਾਂ ਦਾ ਵਾਇਲੈਂਸ ਹੈ ਕਿ ਜਪਜੀ ਸਾਹਿਬ ਦੇ ਜੋ ਅਸੀਂ ਅੱਖਰ ਕੀਤੇ ਨੇ ਉਹੀ ਹਨ, ਬਾਕੀ ਕੋਈ ਨਹੀਂ ਹਨ। ਇਹਦਾ ਮਤਲਬ ਫਿਰ ਇੱਕ ਵਾਇਲੈਂਸ ਹੋ ਗਈ, ਤੁਸੀਂ ਫਰੀਡਮ ਦੂਸਰੇ ਨੂੰ ਦੇ ਨਹੀਂ ਰਹੇ ਹੋ। ਔਰ ਉਹਦਾ ਕਾਰਨ ਕੀ ਹੈ ਕਿ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ। ਸਾਈਕੋਲੋਜੀ ਹੈ ਉਹਦੇ ਪਿੱਛੇ ਕੁਝ, ਮੈਂ ਆਪ ਨਾਲ ਸ਼ੇਅਰ ਕਰ ਰਿਹਾ। ਗੱਲ ਕੀ ਹੈ ਕਿ ਇਹ ਜਿਹੜੇ ਜੀਵਨ ਦੇ ਡਾਰਕ ਫੇਜ਼ਿਸ ਨੇ, ਇਹ ਸਭ ਦੇ ਜੀਵਨ ਵਿੱਚ ਆਉਂਦੇ ਹੈ। ਸਭ ਦੇ ਕੋਲ ਇਹੋ ਜਿਹੇ ਦਰਸ਼ਨ ਆਉਂਦੇ ਨੇ। ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਦੇ ਹਾਂ। ਔਰ ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਬਲੀ ਕੰਧਾਰੀ ਆ ਰਿਹਾ, ਇਹਦਾ ਕੀ ਹੈ? ਇਹ ਇੱਕ ਡਾਰਕ ਫੇਜ਼ ਹੈ, ਸਾਹਮਣੇ ਆਇਆ ਹੈ। ਮਹਾਰਾਜ ਕਿਵੇਂ ਉਸ ਨੂੰ ਡੀਲ ਕਰਦੇ ਹੈ ਅਡੋਲ ਅਵਸਥਾ ਵਿੱਚ, ਕਿਉਂਕਿ ਉਸ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਹੈ। ਉਹ ਉਹਨੂੰ ਡੋਮੀਨੇਟ ਨਹੀਂ ਕਰ ਸਕਦਾ, ਉਹਨੂੰ ਡਰਾ ਨਹੀਂ ਸਕਦਾ ਮਹਾਰਾਜ ਨੂੰ। ਉੱਥੇ ਚਾਬੀ ਡਰ ਦੀ ਹੁੰਦੀ ਹੈ। ਡਰ ਨਾਲ ਹੀ ਅਸੀਂ ਵਸ ਵਿੱਚ ਆ ਜਾਂਦੇ ਹਾਂ ਸਿਚੁਏਸ਼ਨ ਦੇ। ਇਹ ਸਾਰਾ ਕੁਝ ਤਾਂ ਹੀ ਸਮਝ 'ਚ ਆਏਗਾ ਜਦੋਂ ਅਸੀਂ ਨਾਮ ਦਾ ਨਾਲ ਅਭਿਆਸ ਕਰਾਂਗੇ। ਸੁਰਤ ਔਰ ਸ਼ਬਦ ਦੀ ਗੱਲ ਚਲਦੀ ਰਹੇਗੀ। ਮਨਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਸਭ ਸੰਸਾਰ ਰੋਗੀ ਹੈ। ਔਰ ਹੁਣ ਤਾਂ ਉਸ ਰੋਗ ਨੂੰ ਸੰਭਾਲਣ ਦੀ ਸਾਇੰਸ ਬਣਾ ਲਈ ਹੈ, ਕਿਉਂਕਿ ਨਾਮ ਦਾ ਗਿਆਨ ਨਹੀਂ ਹੈ, ਪਰ ਰੋਗਾਂ ਨਾਲ ਡੀਲ ਕਰਨ ਦੀ ਇੱਕ ਸਾਇੰਸ ਬਣਾ ਲਈ ਹੈ। ਦਵਾਈਆਂ ਨਾਲ ਉਸ ਨੂੰ ਫਿਰ ਕੰਟਰੋਲ ਕਰਨ ਦਾ ਯਤਨ ਕਰਦੇ ਹੈ। ਇਹਦੇ ਜੜ ਦੇ ਵਿੱਚ ਕਾਰਨ ਕੀ ਹੈ ਕਿ ਇਸ ਤਰ੍ਹਾਂ ਦੇ ਅਸੀਂ ਇਹੋ ਜਿਹੇ ਦਰਸ਼ਨ ਸਾਡੇ ਜੀਵਨ ਵਿੱਚ ਹੋ ਰਹੇ ਹਨ। ਜਿਉਂ ਤਪਤ ਹੈ ਬਾਰੋਂ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਬਾਣੀ ਤੋਂ ਭਾਵ ਇੱਕਾ ਮਨ ਸੁਰਤ ਦੀ ਗੱਲ ਚੱਲਦੀ ਹੈ, ਨਾਮ ਦੇ ਦਰਸ਼ਨ ਦੀ ਗੱਲ ਚੱਲਦੀ ਹੈ, ਸ਼ਬਦ ਦੀ ਹਜ਼ੂਰੀ ਦੀ ਗੱਲ ਚੱਲਦੀ ਹੈ। ਫਿਰ ਕੀ ਹੋਏਗਾ? ਫਿਰ ਇਹੀ ਹੋਏਗਾ ਜੋ ਸਾਨੂੰ ਸਾਹਿਬ ਹੁਣ ਜਿਹਦੇ ਦਰਸ਼ਨ ਕਰਾ ਰਹੇ ਹਨ। ਔਰ ਇਹ ਫਿਰ ਅਗਲੀ ਪੌੜੀ ਵਿੱਚ ਖੋਲ੍ਹਣਗੇ ਇਸ ਨੂੰ ਕਿ ਕਾਰਨ ਕੀ ਹੈ ਇਹ ਸਭ ਕੁਝ ਹੋਣ ਦਾ। ਅਸੰਖ ਪਾਪੀ ਪਾਪ ਕਰ ਜਾ। ਪਾਪ ਕਰਦੇ ਨੇ, ਉਧਰ ਚਲੇ ਵੀ ਜਾਂਦੇ ਨੇ। ਪਰਮਾਨੈਂਟ ਤਾਂ ਕੋਈ ਇੱਥੇ ਹੈ ਹੀ ਨਹੀਂ, ਨਾ ਮੈਂ ਹਾਂ ਨਾ ਤੁਸੀਂ। ਅਸੰਖ ਕੂੜਿਆਰ ਕੂੜੇ ਫਿਰਾਏ। ਝੂਠ ਬੋਲਦੇ ਨੇ, ਝੂਠ ਦੀ ਦੀਵਾਰ ਖੜੀ ਹੈ, ਝੂਠ ਵੀ ਬੋਲਦੇ ਨੇ। ਅਸੰਖ ਦੇਖੋ, ਜਿਵੇਂ ਇਸ ਤਰ੍ਹਾਂ ਹੋ ਗਿਆ ਕਿ ਅਸੀਂ ਇੱਕ ਪੜਾਅ 'ਤੇ ਪਹੁੰਚ ਗਏ, ਇੱਕ ਦੁਰਾਹੇ 'ਤੇ ਪਹੁੰਚ ਗਏ। ਦੋ ਪਾਸੇ ਨੂੰ ਰਾਹ ਜਾਂਦਾ ਹੈ, ਇੱਕ ਚੰਗੇ ਨੂੰ ਇੱਕ ਮਾੜੇ ਨੂੰ। ਅਤੇ ਕਿਸੇ ਨੇ ਚੰਗੇ ਵੱਲ ਤੋਰ ਦਿੱਤਾ, ਕਿਸੇ ਨੇ ਮਾੜੇ ਵੱਲ ਤੋਰ ਦਿੱਤਾ। ਚੰਗਾ ਜਿਹੜਾ ਹੋ ਗਿਆ ਉਸ ਐਸੇ ਰਸ ਵਿੱਚ ਝੁੰਮਦਾ ਰਿਹਾ ਕਿ ਵੀ ਮੈਂ ਮਾੜਾ ਨਹੀਂ ਹਾਂ। ਔਰ ਮਾੜਾ ਇਨਸਾਨ ਜਿਹੜਾ ਜਿਹਦੇ 'ਤੇ ਮਾੜਾ ਰੰਗ ਚੜ੍ਹ ਗਿਆ, ਉਹ ਇਹੀ ਸੋਚਦਾ ਰਿਹਾ ਕਿ ਮੈਂ ਦੂਸਰੇ ਨੂੰ ਦੁਖੀ ਕਰ ਸਕਦਾ, ਮੇਰੇ ਕੋਲ ਪਾਵਰ ਹੈ। ਬਸ ਇਹਨਾਂ ਐਡਿਕਸ਼ਨਸ ਦੇ ਵਿੱਚ ਜੀਵਨ ਨਿਕਲ ਗਿਆ, ਨਾਮ ਹੱਥੋਂ ਵਿਸਰ ਗਿਆ। ਅਗਰ ਨਾਮ ਦੀ ਐਡਿਕਸ਼ਨ ਨਹੀਂ ਹੋਏਗੀ ਤਾਂ ਕਿਸੇ ਚੀਜ਼ ਦੀ ਤਾਂ ਹੋਏਗੀ, ਕਿਉਂਕਿ ਮਨ ਭੁੱਖਾ ਹੈ। ਮਨ ਦੇ ਵਿੱਚ ਇਨਕੰਪਲੀਟਨੈਸ ਹੈ। ਮਨ ਆਪਣੇ ਪੂਰਨਤਾ ਹੀ ਲੱਭਦਾ ਹੈ। ਮਨ ਇੱਕ ਸਟੇਬਿਲਿਟੀ ਲੱਭਦਾ ਹੈ। ਮਨ ਇੱਕ ਵਿਕਾਸ ਲੱਭਦਾ ਹੈ। ਔਰ ਜਦੋਂ ਉਸ ਨੂੰ ਨਹੀਂ ਮਿਲਦਾ, ਉਹਨੂੰ ਨਹੀਂ ਪਤਾ ਮੈਂ ਕਿੱਥੇ ਲੱਭਣਾ ਹੈ, ਤਾਂ ਇਹ ਦੂਸਰੇ ਨੂੰ ਦੁੱਖ ਦੇ ਕੇ ਲੱਭਦਾ ਹੈ ਜਾਂ ਆਪਣੇ ਆਪ ਨੂੰ ਦੁੱਖ ਦੇ ਕੇ ਲੱਭਦਾ ਹੈ। ਇੱਕ ਪਰੇਸ਼ਾਨੀ ਨੂੰ ਬੈਲੈਂਸ ਵਿੱਚ ਰੱਖਣ ਦਾ ਯਤਨ ਕਰਦਾ ਹੈ। ਸਰਵਾਈਵਲ ਮੋਡ ਵਿੱਚ ਮਨ ਆ ਜਾਂਦਾ ਹੈ। ਇੱਕ ਰੋਗ ਨਾਲ ਭਰ ਗਿਆ, ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ। ਕਈ ਵਾਰ ਇਹ ਵੀ ਹੁੰਦਾ ਹੈ ਕਿ ਬਚਪਨ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ, ਟੌਰਚਰ ਕੀਤਾ ਗਿਆ,
ਫਿਜ਼ੀਕਲ ਅਬਿਊਜ਼, ਸੈਕਸ਼ੂਅਲ ਅਬਿਊਜ਼ ਦੇ ਕਾਰਨ ਵੀ ਹੋ ਜਾਂਦਾ ਹੈ। ਬਹੁਤ ਵੱਡੇ ਕਾਰਨ ਨੇ ਹੈ। ਛੋਟੀ ਉਮਰ 'ਚ ਬੜੇ ਬੱਚੇ ਸੈਕਸ਼ੂਅਲੀ ਅਬਿਊਜ਼ ਹੁੰਦੇ ਆ, ਫਿਰ ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ, ਔਰ ਉਹ ਐਕਸਪੀਰੀਅੰਸ ਮਨ ਦੇ ਅੰਦਰ ਰੋਗ ਬਣ ਕੇ ਪਨਪਦਾ ਰਹਿੰਦਾ ਹੈ। ਫਿਰ ਉਹਦਾ ਰਿਲੀਜ਼ ਲੱਭਦਾ ਹੈ ਅਤੇ ਉਹ ਇੱਕ ਐਬਰੇਸ਼ਨ ਦੀ ਤਰ੍ਹਾਂ ਨਿਕਲਦਾ ਹੈ। ਚਾਹੇ ਉਹ ਦੂਸਰੇ ਨੂੰ ਦੁੱਖ ਦੇਗਾ ਜਾਂ ਆਪਣੇ ਆਪ ਨੂੰ ਦੁੱਖ ਦੇਗਾ, ਕੁਛ ਨਾ ਕੁਛ ਉੱਥੇ ਗੜਬੜ ਇਸ ਤਰ੍ਹਾਂ ਵੀ ਹੋ ਜਾਂਦੀ ਹੈ। ਹੁਣ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ। ਇਹ ਸਾਡੀਆਂ ਸੁਸਾਇਟੀਜ਼ ਵਿੱਚ ਹੁੰਦਾ ਹੈ, ਔਰ ਵੈਸਟ ਵਿੱਚ ਵੀ ਹੁੰਦਾ ਹੈ। ਇਹ ਹੁਣ ਬੜੇ ਰੀਸੈਂਟਲੀ ਇੱਕ ਕੇਸ ਹੋਇਆ, ਇੱਕ ਬਹੁਤ ਵੱਡੇ ਅਮੀਰ ਆਦਮੀ ਦਾ, ਐਪਸਟੀਨ ਕੁਛ ਨਾਮ ਉਹਦਾ ਹੈ। ਉਹ ਜੇਲ੍ਹ 'ਚ ਮਰ ਗਿਆ। ਉਹ ਛੋਟੀ ਬੱਚੀਆਂ ਨੂੰ, 15-16 ਸਾਲ ਦੀ ਬੱਚਿਆਂ ਨੂੰ ਪੈਸੇ ਦੇ ਕੇ ਉਹਨਾਂ ਨਾਲ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਦਾ ਸੀ। ਕਾਰਨ ਪੁੱਛਣ ਵਾਲਾ ਇਹ ਹੈ ਕਿ ਐਪਸਟੀਨ ਇਹ ਕਿਉਂ ਕਰਦਾ ਸੀ। ਉਹਦੇ ਮਨ ਵਿੱਚ ਰੋਗ ਸੀ। ਬੜੀ ਸਿੰਪਲ ਗੱਲ ਹੈ, ਇਹ ਤਾਂ ਗੱਲ ਲਾਜ਼ਮੀ ਹੈ। ਪਰ ਉਹ ਕਿਸ ਗੱਲ ਦਾ ਰੋਗ ਸੀ? ਅਧੂਰੇਪਨ ਦਾ ਰੋਗ ਸੀ। ਸ਼ਾਇਦ ਆਪਣੇ ਬਚਪਨ ਵਿੱਚ ਉਹਦੇ ਨਾਲ ਹੋਇਆ ਹੋਏ, ਉਸ ਨਾਲ ਉਹ ਡੀਲ ਨਹੀਂ ਕਰ ਪਾ ਰਿਹਾ। ਕੁਛ ਮੇਰੇ ਨਾਲ ਹੋਇਆ ਹੈ ਜਿਸ ਨੂੰ ਮੈਂ ਸੋਲਵ ਨਹੀਂ ਕਰ ਪਾ ਰਿਹਾ। ਉਹ ਇੱਕ ਇਨਕੰਪਲੀਟਨੈਸ ਦਾ ਇੱਕ ਹੋਰ ਪਹਿਲੂ ਆ ਗਿਆ। ਮੇਰੇ ਵਿੱਚ ਕੁਝ ਇਹੋ ਜਿਹੀਆਂ ਭਾਵਨਾਵਾਂ ਅੰਦਰ ਜਮ੍ਹਾਂ ਨੇ ਮਨ ਵਿੱਚ, ਜਿਹੜੀਆਂ ਮੈਨੂੰ ਆਪ ਨਹੀਂ ਸਮਝ ਆ ਰਹੀਆਂ ਕੀ ਨੇ। ਉਸ ਕਨਫਿਊਜ਼ਨ ਵਿੱਚ ਮੇਰਾ ਮਨ ਡਾਮਾਡੋਲ ਹੈ। ਹੁਣ ਮੈਂ ਆਪਣੇ ਅੰਤਰ ਦੀ ਅਵਸਥਾ ਦੇ ਕਾਰਨ ਪਰੇਸ਼ਾਨ ਹਾਂ, ਦੁਖੀ ਹਾਂ, ਵਿਆਕੁਲ ਹਾਂ, ਔਰ ਉਸ ਦੁੱਖ ਨਾਲ ਕਿਸ ਤਰ੍ਹਾਂ ਡੀਲ ਕਰਨਾ ਉਹ ਮੈਨੂੰ ਨਹੀਂ ਆ ਰਿਹਾ। ਤਾਂ ਫਿਰ ਮੈਂ ਇਸ ਤਰ੍ਹਾਂ ਦੀ ਚੀਜ਼ਾਂ ਲੱਭ ਕੇ escapes ਲੱਭਦਾ ਵਾਂ ਕਿ ਕੁਝ ਘੜੀ ਵਾਸਤੇ ਮੈਨੂੰ ਕੰਟਰੋਲ ਮਿਲ ਜੇ। ਮੈਂ ਆਊਟ ਆਫ ਕੰਟਰੋਲ ਚੱਲ ਰਿਹਾ ਜੀਵਨ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਿਲਕੁਲ ਬਹਾਵ ਵਿੱਚ ਮੈਂ ਬਹਿੰਦਾ ਜਾ ਰਿਹਾ, ਮੇਰੇ ਕੰਟਰੋਲ ਵਿੱਚ ਕੁਛ ਵੀ ਨਹੀਂ ਹੈ। ਤਾਂ ਫਿਰ ਇਹੋ ਜਿਹੀ ਕਿਸੇ ਹੋਰ ਨੂੰ ਮੈਨੀਪੂਲੇਟ ਕਰਨ ਵਿੱਚ ਮੈਨੂੰ ਕੰਟਰੋਲ ਦਿਖਦਾ ਹੈ ਕਿ ਮੈਂ ਦੂਸਰੇ ਨੂੰ ਮੈਨੀਪੂਲੇਟ ਕਰ ਲਿਆ, ਮੈਨੂੰ ਪਾਵਰ ਮਿਲ ਗਈ, ਮੈਂ ਕੰਟਰੋਲ 'ਚ ਹਾਂ। ਉਸ ਥੋੜ੍ਹੇ ਸਮੇਂ ਲਈ ਉਸ ਨੂੰ ਰਿਪਰੀਵ ਮਿਲ ਜਾਂਦਾ ਹੈ, ਉਹਦਾ ਮਨ ਥੋੜ੍ਹਾ ਸ਼ਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਰੋਗ ਪਨਪਦੇ ਸਾਡੇ ਮਨਾਂ ਵਿੱਚ, ਔਰ ਸਿਰਫ ਉਹਦੀ ਗੱਲ ਨਹੀਂ ਹੈ, ਸਾਰਿਆਂ 'ਚ ਪਨਪਦੇ ਹੈ। ਹੁਣ ਅਸੀਂ ਕਹੀਏ ਕਿ ਇਹ ਇਕੱਲਾ ਐਪਸਟੀਨ ਦਾ ਹੀ ਕਾਰਨ ਹੈ, ਉਸ ਨੂੰ ਜੇਲ੍ਹ 'ਚ ਪਾ ਦਈਏ, ਠੀਕ ਹੈ, ਪਾ ਸਕਦੇ ਹਾਂ, ਪਰ ਇਹ ਸਾਰੀ ਸੁਸਾਇਟੀ ਦਾ ਇਹਦੇ 'ਚ ਹਿੱਸਾ ਹੈ। ਐਪਸਟੀਨ ਇਸ ਤਰ੍ਹਾਂ ਬਣ ਕਿਉਂ ਗਿਆ? ਕੁਛ ਕਿਸੇ ਨੂੰ ਤਾਂ ਆਫਟਰ ਆਲ ਜਦੋਂ ਜੰਮਿਆ ਸੀ ਤਾਂ ਨਹੀਂ ਉਹ ਇਸ ਤਰ੍ਹਾਂ ਦੇ ਨੇਚਰ ਲੈ ਕੇ ਜੰਮਿਆ। ਕੀ ਕਾਰਨ ਹੋਇਆ? ਕਿਸੇ ਨੇ ਉਸ ਨਾਲ ਕੁਝ ਕੀਤਾ। ਇਸ ਤਰ੍ਹਾਂ ਸੁਸਾਇਟੀ ਦੇ ਜਿਹੜੇ ਪ੍ਰੈਸ਼ਰਸ ਨੇ ਉਹ ਤੁਸੀਂ ਦੇਖੋ ਕਿੱਥੇ ਜਾ ਕੇ ਰੁਕਦੇ ਨੇ। ਇਹ ਜਿਹੜੀ ਸੁਸਾਇਟੀ ਦੇ ਵਿੱਚ ਸਾਡੇ ਇਤਨੇ ਵੱਡੇ ਬਰੋਥਲਸ ਚੱਲਦੇ ਹੈ, ਪ੍ਰੋਸਟੀਟਿਊਸ਼ਨ ਚੱਲਦੀ ਹੈ, ਇਹ ਕੀ ਹੈ? ਮੈਨੀਪੂਲੇਸ਼ਨ ਹੈ। ਕੁਛ ਘੜੀ ਲਈ ਕਿਸੇ ਦੇ ਸਰੀਰ ਨੂੰ ਆਪਣਾ ਕੰਟਰੋਲ ਵਿੱਚ ਲੈ ਲੈਣਾ, ਇਹ ਕੁਛ ਮੈਨੂੰ ਸੈਟਿਸਫੈਕਸ਼ਨ ਦੇ ਰਿਹਾ ਹੈ। ਕਾਰਨ ਕੀ ਹੈ? ਕਿਉਂਕਿ ਮੈਂ ਜੀਵਨ ਵਿੱਚ ਆਊਟ ਆਫ ਕੰਟਰੋਲ ਚੱਲ ਰਿਹਾ। ਔਰ ਉਹ ਜਿਹੜਾ ਜਨ ਹੈ ਉਸ ਕੋਲ ਕੋਈ ਚਾਰਾ ਨਹੀਂ ਹੈ, ਉਹਦੇ ਕੋਲ 2 ਵਕਤ ਦੀ ਰੋਟੀ ਕਮਾਉਣ ਲਈ ਨਹੀਂ ਹੈ। ਉਹ ਇਸ ਤਰ੍ਹਾਂ ਦੇ ਸਾਧਨ ਲੈ ਕੇ ਉਹਦੀ ਸੈਲਫ ਐਸਟੀਮ ਸਫਰ ਕਰਦੀ ਹੈ। ਹੁਣ ਇਸ ਤਰ੍ਹਾਂ ਦੇਖੀਏ ਤਾਂ ਸੁਸਾਇਟੀ ਦਾ ਜਿਹੜਾ ਲਾਸਟ ਬਲੋਕ ਹੈ, ਫਾਊਂਡੇਸ਼ਨ ਹੈ, ਉਹ ਉਸ ਪ੍ਰੋਸਟੀਟਿਊਟ 'ਤੇ ਜਾ ਕੇ ਖੜੀ ਹੋ ਜਾਂਦੀ ਹੈ। ਉਹ ਉਸ ਮਰਦ ਜਾਂ ਔਰਤ ਦੇ ਸਿਰ 'ਤੇ ਉੱਤੇ ਖੜੀ ਹੈ ਜਿਹੜਾ ਆਪਣੇ ਸਿਰ 'ਤੇ ਸਾਰਾ ਭਾਰ ਲੈ ਰਿਹਾ। ਆਪ ਥੋੜ੍ਹਾ ਸਮਝਣਾ ਇਸ ਗੱਲ ਨੂੰ। ਇਸ ਤਰ੍ਹਾਂ ਦੇ ਹੀ ਸਲਿਊਸ਼ਨ ਸੁਸਾਇਟੀ ਲੱਭਦੀ ਹੈ, ਕਿਉਂਕਿ ਐਕਸਪਲੋਇਟੇਸ਼ਨ ਇੱਕ ਤੋਂ ਦੂਜੇ 'ਤੇ ਹੁੰਦੀ ਜਾ ਰਹੀ ਹੈ, ਔਰ ਅਖੀਰ ਵਿੱਚ ਇਹੋ ਜਿਹੀ ਸਿਚੁਏਸ਼ਨਸ ਵਿੱਚ ਆ ਕੇ ਰਿਲੀਜ਼ ਲੈ ਲੈਂਦੀ ਹੈ। ਕਿਸੇ ਪਿਤਾ ਨੇ ਆਪਣੇ ਦੋਸਤ ਨੂੰ ਮਾੜਾ ਕਿਹਾ ਜਿਹਦੇ ਕੋਲ ਪੈਸਾ ਘੱਟ ਸੀ, ਉਸ ਨੂੰ ਨੀਵਾਂ ਦਿਖਾਇਆ। ਉਹ ਉਸ ਭਾਵਨਾ ਨੂੰ ਲੈ ਕੇ ਕਿਧਰੇ ਹੋਰ ਗਿਆ, ਉਸਨੇ ਆਪਣੀ ਵਹੁਟੀ ਨੂੰ ਕੁੱਟ ਦਿੱਤਾ। ਵਹੁਟੀ ਪਰੇਸ਼ਾਨ ਹੋਈ, ਵਹੁਟੀ ਨੂੰ ਨਹੀਂ ਪਤਾ ਉਹਦਾ ਕੀ ਕਰੀਏ, ਉਸਨੇ ਆਪਣੇ ਬੱਚਿਆਂ ਨੂੰ ਕੁੱਟ ਦਿੱਤਾ।
ਬੱਚਿਆਂ ਨੇ ਨੌਕਰ ਨੂੰ ਗਾਲੀ ਗਲੋਚ ਕਰ ਦਿੱਤੀ, ਨੌਕਰ ਪਰੇਸ਼ਾਨ ਹੋਇਆ, ਉਸਨੇ ਕੁੱਤੇ ਨੂੰ ਲੱਤ ਮਾਰ ਦਿੱਤੀ। ਤਾਂ ਇਹ ਸਾਰਾ ਸਾਈਕਲ ਜਾ ਕੇ ਕਿੱਥੇ ਰੁਕ ਰਿਹਾ? ਉਸ ਕੁੱਤੇ 'ਤੇ ਜਾ ਕੇ ਰੁਕ ਰਿਹਾ ਜਿਸ ਨੇ ਲੱਤ ਲੈ ਲਈ ਆਪਣੇ ਜਨ ਤੋਂ। ਇਸ ਤਰ੍ਹਾਂ ਹੁਣ ਜੀਵਨ ਸਮਝੀਏ ਤਾਂ ਕਮਾਈ ਕੌਣ ਕਰ ਰਿਹਾ ਇੱਥੇ? ਜਿਹੜਾ ਭਾਰ ਲੈਂਦਾ ਉਹ ਕਮਾਈ ਕਰਦਾ ਹੈ, ਉਹ ਅਜਰ ਨੂੰ ਜਰਦਾ ਹੈ। ਜੀਵਨ ਦੀ ਕਮਾਈ ਜਿਹੜਾ ਜਰ ਲੈਂਦਾ ਹੈ ਔਰ ਉਸ ਨੂੰ ਅਬਜ਼ੋਰਬ ਕਰ ਲੈਂਦਾ ਹੈ ਔਰ ਨੈਗੇਟਿਵਿਟੀ ਨੂੰ ਪੋਜ਼ੀਟਿਵ ਬਣਾਉਂਦਾ ਹੈ, ਇਹ ਕਮਾਈ ਹੈ। ਇੱਥੇ ਤਾਂ ਕੁੱਤਾ ਹੀ ਕਮਾ ਰਿਹਾ, ਬਾਕੀਆਂ ਨੇ ਤਾਂ ਸਾਰਾ ਟਰਾਂਸਫਰ ਹੀ ਕੀਤਾ ਆਪਣਾ ਲੋਡ ਦੂਸਰੇ 'ਤੇ। ਇਸ ਤਰ੍ਹਾਂ ਦਾ ਜੀਵਨ ਚੱਲਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਾੜੇ ਹਾਲਾਤ ਹੋ ਰਹੇ ਨੇ, ਬਿਨਾਂ ਕਾਰਨ ਕੋਈ ਕਿਸੇ ਨੂੰ ਦੁਖੀ ਕਰ ਰਿਹਾ। ਬਿਨਾਂ ਕਾਰਨ ਨਹੀਂ, ਕੁਝ ਕਾਰਨ ਹੈ, ਕਿਸੇ ਨੇ ਉਸ ਨੂੰ ਦੁਖੀ ਕੀਤਾ ਹੈ। ਜੇ ਹਿਟਲਰ ਦੀ ਹਿਸਟਰੀ ਪੜ੍ਹਾਂਗੇ ਤਾਂ ਲੱਭੇਗਾ ਕੁਛ ਨਾ ਕੁਛ ਗੜਬੜ ਸੀਗਾ, ਉਹਦੇ ਨਾਲ ਕੁਛ ਬਹੁਤ ਗਲਤ ਹੋਇਆ, ਉਹ ਨਹੀਂ ਉਸ ਨੂੰ ਸ਼ੇਅਰ ਕਰ ਪਾਇਆ, ਉਹ ਅੰਤਰ ਹੀ ਰਿਹਾ ਔਰ ਅੰਤਰ ਵਿੱਚ ਉਸਨੇ ਇੱਕ ਨਵੇਂ ਤਰ੍ਹਾਂ ਦਾ ਇਨਸਾਨ ਬਣਾ ਦਿੱਤਾ ਜਿਸ ਨੂੰ ਸਾਈਕੋਪੈਥ ਕਹਿੰਦੇ ਹੈ, ਜਿਸ ਨੂੰ ਨਾ ਦੂਸਰੇ ਦਾ ਦੁੱਖ ਸਮਝ ਆਉਂਦਾ ਨਾ ਆਪਣਾ। ਉਹ ਇਮੋਸ਼ਨਲ ਲੈਵਲ 'ਤੇ ਸੈਂਸਿਟਿਵਿਟੀ ਨਹੀਂ ਰਹਿੰਦੀ, ਉਹ ਕਈਆਂ ਨੂੰ ਮਾਰ ਵੀ ਦੇ ਤਾਂ ਉਸ ਨੂੰ ਕੁਛ ਨਹੀਂ ਫਰਕ ਪੈਂਦਾ। ਹਾਂ, ਜਿਹੜਾ ਹੀਰੋਸ਼ੀਮਾ ਨਾਗਾਸਾਕੀ ਦੇ ਬੋਂਬ ਗੇਰਨ ਗਿਆ, ਉਸ ਨੂੰ ਕਿਸੇ ਨੇ ਪੁੱਛਿਆ ਤੈਨੂੰ ਕਿਵੇਂ ਲੱਗਿਆ, ਤੂੰ ਕਈ ਲੱਖ ਬੰਦੇ ਮਾਰਤੇ? ਕਹਿੰਦਾ ਮੈਂ ਤਾਂ ਬੜੀ ਅੱਛੀ ਸੁੱਤਾ ਰਾਤੀ, ਬੜੀ ਅੱਛੀ ਨੀਂਦਰ ਆਈ। ਇਹੋ ਜਿਹੀ ਸੁਸਾਇਟੀ ਬਣਾ ਲਈ ਅਸੀਂ ਪੜ੍ਹੇ ਲਿਖਿਆਂ ਦੀ, ਜਿੱਥੇ ਅਸੀਂ ਕਿਤਾਬਾਂ ਦਾ ਗਿਆਨ ਜਾਣਦੇ ਹਾਂ, ਜਿੱਥੇ ਅਸੀਂ ਸਾਰੀ ਚੀਜ਼ ਵਿਚਾਰਦੇ ਹਾਂ। ਪਰ ਸੁਸਾਇਟੀ ਕਿਹੋ ਜਿਹੀ ਬਣਾ ਲਈ ਜਿੱਥੇ ਦੂਸਰੇ ਨੂੰ ਦੁੱਖ ਦੇ ਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਮੈਂ ਜੁੜਿਆ ਹੋਇਆ ਨਹੀਂ ਹਾਂ, ਮੈਂ ਸਭ ਕਾਇਨਾਤ ਤੋਂ ਟੁੱਟਿਆ ਹੋਇਆ ਹਾਂ, ਆਪਣੇ ਆਪ ਨੂੰ ਅਲੱਗ ਸਮਝਦਾ ਹਾਂ ਕ੍ਰੀਏਸ਼ਨ ਤੋਂ। ਇਹ ਭਾਵ ਤੇ ਬੜੀ ਬੇਸਿਕ ਸਿਵਲਾਈਜੇਸ਼ਨਸ ਕੋਲ ਸਮੇਂ ਵਿੱਚ ਆਇਆ। ਮਾਇਨ ਸਿਵਲਾਈਜੇਸ਼ਨ ਵਿੱਚ ਤਾਂ ਉਹ ਦੂਸਰੇ ਨੂੰ ਜਾਣਦੇ ਹੀ ਨਹੀਂ, ਉਹ ਤਾਂ ਅਧਰਮੀ ਕਹਿੰਦੇ ਹੈ। ਉਹ ਜਾਣਦੇ ਨੇ ਕਿ ਅਸੀਂ ਸਾਰੇ ਜੁੜੇ ਹੋਏ ਹਾਂ। ਇਹੀ ਭਾਵ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਜਦੋਂ ਕਿਹਾ ਵੰਡ ਕੇ ਛਕਣਾ ਭਾਈ, ਆਪਣੇ ਆਪ ਨੂੰ ਅਲੱਗ ਨਾ ਗਿਣਨਾ। ਅਲੱਗ ਗਿਣੋਗੇ ਤਾਂ ਦੁੱਖ ਪਾਓਗੇ। ਤਾਂ ਮੈਂ ਆਪ ਨਾਲ ਸ਼ੇਅਰ ਕਰ ਰਿਹਾ ਕਿ ਇਹ ਜਿਹੜੇ ਡਾਰਕ ਫੇਜ਼ਸ ਨੇ ਜੀਵਨ ਦੇ, ਇਹ ਕਿੱਥੋਂ ਖੜੇ ਹੋ ਰਹੇ ਨੇ। ਅਸੀਂ ਕਿਸੇ ਨੂੰ ਦੋਸ਼ ਦੇ ਕੇ ਜੇਲ੍ਹ 'ਚ ਪਾ ਦਈਏ, ਠੀਕ ਹੈ, ਉਹਦਾ ਸੋਲਿਊਸ਼ਨ ਨਹੀਂ ਨਿਕਲੇਗਾ, ਪਰ ਇਹਦੇ 'ਚ ਹਿੱਸੇਦਾਰੀ ਸਾਡੇ ਸਾਰਿਆਂ ਦੀ ਹੈ। ਔਰ ਇਹਦਾ ਸੋਲਿਊਸ਼ਨ ਕੀ ਹੈ, ਗੁਰੂ ਨਾਨਕ ਸਾਹਿਬ ਸਾਨੂੰ ਅਗਲੀ ਪੌੜੀ 'ਚ ਦੱਸਣਗੇ। ਫਿਰ ਮਹਾਰਾਜ ਕਹਿੰਦੇ ਹੈ ਕਿ ਅਸੰਖ ਮਲੇਚ ਨੇ। ਮਲੇਚ ਕੌਣ ਹੈ? ਜਿਹਦਾ ਮਨ ਮੈਲਾ ਹੈ। ਮਨ ਮੈਲਾ ਦਾ ਮਤਲਬ ਕੀ ਹੋਇਆ? ਕਿ ਜਿਹਦਾ ਮਨ ਸ਼ੁੱਧ ਨਹੀਂ ਹੈ, ਜਿਹੜਾ ਵਿਚਾਰ ਇਹੋ ਜਿਹੇ ਨੇ ਜਿਹੜੇ ਪ੍ਰੇਮ ਨਾਲ ਭਰੇ ਨਹੀਂ ਹਨ, ਦੁਆਇਸ਼ ਵਿਰੋਧ ਤੋਂ ਹਾਜ਼ਰ ਹੋਏ ਹਨ। ਮਲ ਪੱਖ ਖਾਏ, ਉਹ ਕਹਿੰਦੇ ਨੇ ਖਾਂਦੇ ਵੀ ਮਲ ਨੇ। ਉਹ ਮਲ ਖਾਣਾ ਮਤਲਬ ਉਹਨਾਂ ਮਾੜੇ ਵਿਚਾਰਾਂ ਵਿੱਚ ਹੀ ਜੀਵਨ ਜੀ ਲੈਣਾ, ਉਸੇ ਨੂੰ ਆਪਣਾ ਘਰ ਬਣਾ ਲੈਣਾ। ਤਾਂ ਜਦ ਪ੍ਰੈਸ਼ਰ ਜ਼ਿਆਦਾ ਆਉਂਦਾ ਹੈ, ਸਕਿਜ਼ੋਫਰੇਨਿਕ ਬਣ ਜਾਂਦਾ ਹੈ, ਬਾਈਪੋਲਰ ਹੋ ਜਾਂਦਾ ਹੈ ਇਨਸਾਨ। ਕਿਸ ਕਾਰਨ? ਕਿਸੇ ਨੇ ਕੁਝ ਕੀਤਾ, ਭਾਵੇਂ ਜਾਣੇ ਭਾਵੇਂ ਅਣਜਾਣੇ, ਪਰ ਉਹਦੇ 'ਚ ਦੋਸ਼ ਕਿਹਦਾ ਹੈ? ਇਹੀ ਖਾਂਦੇ ਨੇ, ਇਹ ਮਲ ਖਾਂਦੇ ਨੇ, ਮਲ ਖਾ ਕੇ ਚੰਗੇ ਲੱਗਦੇ ਨੇ। ਇਸ ਤਰ੍ਹਾਂ ਦੇਖੀਏ ਤੇ ਪੰਡਤ ਆਧਾਰ ਨਹੀਂ ਹੈ ਸੁਸਾਇਟੀ ਦਾ, ਸ਼ੂਦਰ ਹੈ ਜਿਹੜਾ ਭਾਰ ਚੱਕ ਰਿਹਾ ਹੈ। ਅਸੰਖ ਨਿੰਦਕ ਸਿਰ ਘਰੇ ਪਾਰ। ਨਿੰਦਾ ਦਾ ਕੀ ਮਤਲਬ ਹੈ? ਦੂਸਰੇ ਨੂੰ ਮਾੜਾ ਕਹਿ ਕੇ ਆਪਣੇ ਆਪ ਨੂੰ ਚੰਗਾ ਬਣਾ ਦੇਣਾ। ਮੈਂ ਕੁਝ ਕਰਾਂਗਾ ਨਹੀਂ, ਮੇਰਾ ਮਨ ਸ਼ਾਂਤ ਨਹੀਂ ਹੋਇਆ, ਮਨ ਪ੍ਰੇਮ 'ਚ ਨਹੀਂ ਭਰਿਆ, ਪਰ ਦੂਸਰੇ ਨੂੰ ਮਾੜਾ ਕਹਿ ਤਾ ਮੈਂ ਚੰਗਾ ਬਣ ਗਿਆ। ਇਹ ਹੁਣ ਚੰਗਾ ਮਾੜਾ ਡਿਫਾਈਨ ਹੋ ਰਿਹਾ ਹੈ ਕਿਉਂਕਿ ਇਕੱਠੇ ਚੱਲਦੇ ਨੇ। ਉਹ ਮਾੜਾ ਹੈ, ਇਹਦਾ ਮਤਲਬ ਮੈਂ ਚੰਗਾ ਹੈ। ਬਾਈ ਡਿਫਾਲਟ ਮੈਂ ਚੰਗਾ ਹੋ ਗਿਆ ਬਿਨਾਂ ਕੁਝ ਕੀਤੇ। ਇੱਕ
ਇਮੈਜੀਨੇਸ਼ਨ ਵਿੱਚ ਹੀ, ਮਨ ਦੇ ਅੰਦਰ ਹੀ। ਤਾਂ ਮਹਾਰਾਜ ਇਸ ਨੂੰ ਕਹਿੰਦੇ ਨਿੰਦਕ ਹਮਾਰੇ ਕੱਪੜੇ ਧੋਏ। ਉਹ ਭਾਰ ਚੱਕ ਰਿਹਾ ਹੈ, ਜੋ ਨਿੰਦਾ ਕਰਦਾ ਹੈ ਉਹ ਭਾਰ ਚੱਕਦਾ ਹੈ, ਅਨਨੋਇੰਗਲੀ ਉਹ ਚੱਕ ਰਿਹਾ ਭਾਰ। ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਆਪਣੇ ਆਪ ਨੂੰ ਨੀਚ ਕਹਿ ਦਿੰਦੇ ਹੈ, ਕਿਉਂਕਿ ਇਹ ਗੱਲ ਸਾਹਿਬ ਨਹੀਂ ਹਜਮ ਕਰਦੇ ਕਿ ਦੂਸਰਿਆਂ ਨੂੰ ਨੀਚ ਕਹਿ ਕੇ ਉਹ 'ਚ ਹਿੱਸੇਦਾਰੀ ਨਹੀਂ ਪਾਈਏ। ਦੀਵਾਰ ਆਪਸ ਦੀ ਹਟਾ ਦਿੰਦੇ, ਕਹਿੰਦੇ ਮੈਂ ਹੀ ਨੀਚ ਹਾਂ। ਇੱਕ ਕਹਿਣ ਦਾ ਤਰੀਕਾ ਹੈ ਇੱਕ ਅਧਿਆਤਮਕ ਬ੍ਰਹਮ ਗਿਆਨੀ ਦਾ, ਜਿਹੜਾ ਜਾਣਦਾ ਹੈ ਕਿ ਕਾਇਨਾਤ ਵਿੱਚ ਅਸਲ ਕੋਈ ਮਾੜਾ ਚੰਗਾ ਐਬਸਲੂਟ ਵਿੱਚ ਨਹੀਂ ਹੈ, ਰੈਫਰੈਂਸ ਵਿੱਚ ਜ਼ਰੂਰ ਹੈ। ਤਾਂ ਮਹਾਰਾਜ ਕਹਿੰਦੇ ਨਾਨਕ ਨੀਚ ਕਹੇ ਵਿਚਾਰ। ਫਿਰ ਸਾਹਿਬ ਦਰਸ਼ਨ ਤਾਂ ਉਸੇ ਤਰ੍ਹਾਂ ਕਰਦੇ ਨੇ, ਚੰਗੇ ਦੇ ਵੀ ਉਸੇ ਤਰ੍ਹਾਂ ਦਰਸ਼ਨ ਨੇ, ਮਾੜੇ ਦੇ ਵੀ ਉਸੇ ਤਰ੍ਹਾਂ ਦਰਸ਼ਨ ਨੇ, ਦੋਨਾਂ 'ਚ ਕੋਈ ਭੇਦ ਨਹੀਂ ਹੈ। ਉਹ ਨਹੀਂ ਕਹਿ ਰਹੇ ਕਿ ਇਹਦੇ 'ਚ ਨਹੀਂ ਵਾਰਿਆ ਜਾ ਸਕਦਾ। ਮੈਂ ਇਹ ਮਾੜੇ ਨੂੰ ਦੇਖ ਕੇ ਮੈਨੂੰ ਮਾੜਾ ਕਹਿ ਕਿ ਰੱਬ ਨੂੰ ਕਹਿਣਾ ਵੀ ਇਹਨੂੰ ਹਟਾ ਤਾਂ ਮੈਂ ਤੈਨੂੰ ਜਾਣਾਂਗਾ, ਨਹੀਂ। ਉਹ ਇੱਕੋ ਦਰਸ਼ਨ ਨੇ, ਵਾਰਿਆ ਨਾ ਜਾਵਾਂ ਇੱਕ ਵਾਰ। ਚੰਗੇ ਔਰ ਮਾੜੇ ਦੋਨਾਂ ਨੂੰ ਇੱਕੋ ਰੂਪ ਵਿੱਚ ਮਿਲ ਰਹੇ ਹਨ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ। ਇਹ ਕਿੱਥੋਂ ਬਣ ਰਿਹਾ ਹੈ ਸਭ ਕੁਝ? ਨਿਰੰਕਾਰ ਤਾਂ ਸਰਬੱਤ ਦੇ ਭਲੇ ਵਿੱਚ ਚੱਲਦਾ ਹੈ, ਪਰ ਹੰਕਾਰ ਸਰਬੱਤ ਦੇ ਨੁਕਸਾਨ ਵਿੱਚ ਚੱਲਦਾ ਹੈ। ਦੋਨੋਂ ਚੀਜ਼ਾਂ 'ਚ ਡਾਇਕੋਟਮੀ ਹੈ। ਜਦ ਹੰਕਾਰ ਨੂੰ ਮੈਂ ਨਾਮ ਨਾਲ ਨਹੀਂ ਇੰਸਪਾਇਰ ਕਰਾਂਗਾ ਤਾਂ ਉਹ ਸਭ ਦਾ ਨੁਕਸਾਨ ਕਰੇਗਾ, ਮੇਰਾ ਵੀ ਔਰ ਮੇਰੇ ਆਲੇ ਦੁਆਲੇ ਦਾ ਵੀ। ਇਹ ਸੁਸਾਇਟੀ ਦੀ ਬਣਤ ਹੋ ਗਈ। ਤਾਂ ਸੁਸਾਇਟੀ ਦੀ ਬਣਤ ਜਿਹੜੀ ਹੈ ਉਹ ਅਗਰ ਨਾਮ ਦੇ ਆਧਾਰ 'ਤੇ ਖੜੀ ਹੋਏਗੀ ਤਾਂ ਆਨੰਦ ਦੇ ਰੂਪ ਵਿੱਚ ਹੋਏਗੀ। ਔਰ ਕੁਛ ਸੁਸਾਇਟੀ ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਹਨ, ਉਹ ਹੌਲੇ ਹੌਲੇ ਕਰਦੇ ਕਰਦੇ ਇਵੋਲਵ ਹੋ ਕੇ ਉੱਤੇ ਪਹੁੰਚ ਗਈਆਂ, ਜਿੱਥੇ ਦੂਸਰੇ ਦਾ ਹੱਕ ਨਹੀਂ ਮਾਰਿਆ ਜਾਂਦਾ। ਨਾਰਵੇ ਵਿੱਚ ਇੱਕ ਇਨਸਾਨ ਸੀ ਸਿਰਫ ਜੇਲ੍ਹ 'ਚ, ਉਸ ਨੂੰ ਕੱਢਤਾ ਉਹਨਾਂ ਨੇ, ਜੇਲ੍ਹ ਹੀ ਨਹੀਂ ਹਨ। ਕੋਈ ਦੂਸਰੇ ਦੇ ਨਿਗਾਹ ਨਹੀਂ ਮਾਰਦਾ ਹੱਕ ਦੀ। ਇਹਦਾ ਮਤਲਬ ਮਨ ਕੁਝ ਸਰਲ ਹੋਇਆ ਹੈ, ਮਨ ਕੁਝ ਸੈਂਸਿਟਿਵ ਹੋਇਆ ਹੈ, ਜੀਵਨ ਵਿੱਚ ਕੁਝ ਪ੍ਰੇਮ ਉਤਰਿਆ ਹੈ। ਇਹੀ ਨਾਮ ਦਾ ਦੂਸਰਾ ਰੂਪ ਹੈ। ਹੁਣ ਅਸੀਂ ਇੱਥੇ ਕਹੀਏ ਕਿ ਸਾਰੇ ਸਿੱਖ ਬਣਨ, ਇਹ ਸਾਡੀ ਸੋਚ ਹੋ ਸਕਦੀ ਹੈ, ਪਰ ਉਹ ਤਾਂ ਅਸਲ ਵਿੱਚ ਧਰਮ ਕਮਾ ਰਹੇ ਹਨ। ਜੋ ਸਾਹਿਬ ਨੇ ਸਾਨੂੰ ਦਰਸ਼ਨ ਕਰਾਏ ਕਿ ਧਰਮ ਜੋ ਹੈ ਉਹ ਦਇਆ ਦਾ ਪੂਤ ਹੈ, ਤਾਂ ਉਹਨਾਂ ਦੇ ਜੀਵਨ ਵਿੱਚ ਦਇਆ ਹੈ, ਤਾਂ ਧਰਮ ਵੀ ਹੈ ਔਰ ਸੰਤੋਖ ਵੀ ਹੈ। ਜਿੱਥੇ ਇਹਨਾਂ ਤਿੰਨੋਂ ਚੀਜ਼ਾਂ ਦੇ ਸੁਸਾਇਟੀ 'ਚ ਦਰਸ਼ਨ ਨੇ, ਉੱਥੇ ਨਾਮ ਦੀ ਕਮਾਈ ਹੋ ਰਹੀ ਹੈ, ਉੱਥੇ ਭਾਵਨਾ ਵੀ ਹੋਏਗੀ। ਉਹ ਲੋਕ ਸਾਡੀ ਭਾਸ਼ਾ ਬੋਲਣ ਨਾ ਬੋਲਣ, ਉਹਨਾਂ ਨੂੰ ਭਾਖਿਆ ਭਾਵ ਅਪਾਰ ਸਮਝ ਆ ਗਿਆ ਕਿ ਭਾਵਨਾ ਨਾਲ ਜੀਣਾ, ਪ੍ਰੇਮ ਨਾਲ ਜੀਣਾ ਹੱਲ ਹੈ। ਉਹ ਕਿਸ ਤਰ੍ਹਾਂ ਆਇਆ, ਕਿਵੇਂ ਇਵੋਲਵ ਹੋਈ ਸੁਸਾਇਟੀ, ਉਹ ਆਪਣੇ ਆਪ ਵਿੱਚ ਇੱਕ ਸਟਰਗਲ ਹੈ। ਪਰ ਹੈ, ਕੁਝ ਲੋਕ ਇੱਥੇ ਪਹੁੰਚ ਗਏ, ਉਹ ਆਪਣੇ ਆਪ ਨੂੰ ਫਿਰ ਸਪਿਰਿਚੁਅਲਿਸਟ ਕਹਿੰਦੇ ਹੁਣ। ਤਾਂ ਇਹੋ ਜਿਹੀ ਸੁਸਾਇਟੀ ਬਣਾਉਣ 'ਚ ਗੁਰੂ ਨਾਨਕ ਸਾਹਿਬ ਦਾ ਇੰਟਰਸਟ ਹੈ। ਹੁਣ ਇਹ ਡਿਬੇਟੇਬਲ ਇਸ਼ੂ ਹੈ ਕਿ ਗੁਰੂ ਸਾਹਿਬ ਸਿੱਖਾਂ ਨੂੰ ਅੱਜ ਦੇ ਦਿਨ 'ਚ ਸ਼ਾਬਾਸ਼ੀ ਦੇਣਗੇ ਜਾਂ ਉਹ ਕਹਿਣਗੇ ਕਿ ਇਹੋ ਜਿਹੇ ਲੋਕਾਂ ਨੂੰ ਮੈਂ ਜਾਣਦਾ, ਮੇਰੇ ਸਿੱਖ ਤੇ ਇਹ ਨੇ। ਇਹ ਹੁਣ ਡਿਬੇਟ ਹੈ ਬੜੀ। ਮੈਨੂੰ ਵਿਚਾਰਨ ਦੀ ਲੋੜ ਹੈ, ਆਪ ਨੂੰ ਵਿਚਾਰਨ ਦੀ ਲੋੜ ਹੈ, ਪੰਥ ਨੂੰ ਵਿਚਾਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਸਾਹਿਬ ਨੇ ਬਹੁਤ ਹੀ ਸਿੰਪਲ ਤਰੀਕੇ ਨਾਲ ਫਿਰ ਪੇਸ਼ ਕਰ ਦਿੱਤੀ ਗੱਲ। ਸਾਚ ਕਹੂੰ ਮੈਂ ਸੁਨ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਤਮ प्रेम खिलन का चाहो, सिर तर तली गली मुरियाओ। इत मार्ग पैर तरीजे, सिर दीजे कान न कीजिए।
ਇਹ ਦੋਨੋਂ ਪਹਿਲੇ ਗੁਰੂ ਨਾਨਕ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਲੱਗ-ਅਲੱਗ ਬਾਣੀਆਂ ਹਨ, ਦੋਨਾਂ ਵਿੱਚ ਪ੍ਰੇਮ ਆਧਾਰ ਹੈ। ਤਾਂ ਅਸੀਂ ਫਿਰ ਅਗਰ ਅੱਜ ਦੀ ਦਿਨ 'ਚ ਆਪਣੀ ਸੁਸਾਇਟੀ ਨੂੰ, ਸਿੱਖ ਸੁਸਾਇਟੀ ਨੂੰ, ਸਿੱਖ ਕਲਚਰ ਨੂੰ ਦੇਖੀਏ ਕਿ ਉਹਦਾ ਪ੍ਰੇਮ ਆਧਾਰ ਹੈ। ਅੱਜ ਜਿਹੜੇ ਗੁਰਮਤਿ ਪੜ੍ਹਾ ਰਹੇ ਹਨ ਉਹ ਵੀ ਵਿਚਾਰਨ, ਮੈਂ ਵੀ ਵਿਚਾਰਾਂ, ਤੁਸੀਂ ਵੀ ਵਿਚਾਰੋ, ਕਿਉਂਕਿ ਬਿਨਾਂ ਪ੍ਰੇਮ ਦੇ ਕਿਸ ਨੂੰ ਕਮਾ ਰਹੇ ਹਾਂ ਅਸੀਂ। ਇਹ ਚੀਜ਼ ਜਾਣਨੀ ਜ਼ਰੂਰੀ ਹੈ, ਮੇਰੇ ਲਈ, ਪੰਥ ਲਈ ਜ਼ਰੂਰੀ ਹੈ। ਨਹੀਂ ਤਾਂ ਗੱਲ ਇਸ ਤਰ੍ਹਾਂ ਦੀ ਹੈ ਕਿ ਅਸੀਂ ਵਿਆਕਰਨ ਸਮਝਿਆ, ਅਰਥ ਸਮਝੇ, ਪਰ ਫਿਰ ਮਨ ਸਾਡਾ ਸ਼ਾਂਤ ਨਹੀਂ ਹੋਇਆ, ਮਨ ਵਿੱਚ ਸੰਤੋਖ ਨਹੀਂ ਉਤਰਿਆ, ਮਨ ਵਿੱਚ ਦਇਆ ਨਹੀਂ ਆਈ, ਮਨ ਵਿੱਚ ਪ੍ਰੇਮ ਨਹੀਂ ਆਇਆ। ਤਾਂ ਮਨ ਜਦ ਨਹੀਂ ਰੰਗਿਆ ਗਿਆ ਤਾਂ ਕਿਸ ਚੀਜ਼ ਦਾ ਰੰਗ ਦੇਖ ਰਹੇ ਹਾਂ ਅਸੀਂ। ਵਿਚਾਰਨ ਦੀ ਲੋੜ ਹੈ। ਔਰ ਜਦੋਂ ਭਾਵਨਾ ਨਾਲ ਧਰਮ ਆਧਾਰ ਬਣੇਗਾ ਤਾਂ ਧਰਮ ਕੁਝ ਹੋਰ ਹੀ ਬਣ ਜਾਏਗਾ। ਇਹੋ ਜਿਹੇ ਲੋਕਾਂ ਦਾ ਧਰਮ ਬਣ ਜਾਏਗਾ ਜਿਹੜੇ ਭੁੱਖੇ ਹੋ ਕੇ ਵੀ ਦੂਜੇ ਨੂੰ ਰੋਟੀ ਖਿਲਾ ਕੇ ਤ੍ਰਿਪਤ ਨੇ, ਜਿਹੜੇ ਆਵਾਜ਼ ਮਾਰਦੇ ਨੇ ਦੇਗ ਤਿਆਰ ਹੈ, ਆਓ ਦੇਗ ਤਿਆਰ ਗੁਰ ਹੋਈ, ਦੇਤ ਆਵਾਜ਼ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ, ਕਿਮ ਵੇਲੇ ਬੈਰੀ ਕਿਮ ਆਵੇ, ਪਰਮ ਮੀਤ ਸੰਗ ਤਾਹੇ ਛਕਾਵੇ। ਇਹ ਹੈ, ਇੱਥੇ ਹੈ। ਉਹ ਬੈਰੀ ਨੂੰ ਵੀ ਉਹ ਉੱਥੇ ਮਿਲਦਾ ਹੈ ਜਿੱਥੇ ਪ੍ਰੇਮ ਆਧਾਰ ਹੈ। ਤੂੰ ਮੇਰਾ ਬੈਰੀ ਹੋਵੇਂਗਾ ਪਰ ਪ੍ਰੇਮ ਸਾਡਾ ਵੀ ਹੈ। ਭਾਈ ਕਨ੍ਹਈਆ ਵਰਗੀ ਸੁਸਾਇਟੀ ਬਣੇਗੀ, ਲੌਜਿਕ ਤੋਂ ਕੁਝ ਵੱਖਰੀ ਹੋ ਜਾਏਗੀ ਪਰ ਪ੍ਰੇਮ ਚੱਲੇਗਾ। ਤਾਂ ਜਦ ਪ੍ਰੇਮ ਚੱਲੇਗਾ ਤਾਂ ਸਾਰਿਆਂ ਦਾ ਉਧਾਰ ਹੁੰਦਾ ਜਾਏਗਾ। ਆਪਣਾ ਵੀ ਮੈਂ ਕਰਾਂਗਾ, ਤੁਹਾਡਾ ਵੀ ਕਰਾਂਗਾ, ਸਭ ਦਾ ਕਰਾਂਗਾ। ਇਹ ਇੱਕ ਜੀਵਨ ਨੂੰ ਸਮਝਣ ਦੀ ਵਿਧੀ ਹੈ, ਜੀਵਨ ਨੂੰ ਜਾਣਨ ਦੀ ਵਿਧੀ ਹੈ। ਮਹਾਰਾਜ ਫਿਰ ਦਰਸ਼ਨ ਕਰਦੇ ਹਨ ਉਸੇ ਤਰ੍ਹਾਂ। ਦੇਖੋ, ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਸਾਹਿਬ ਨੇ ਜੋ ਪੰਕਤੀਆਂ ਚੰਗੇ ਅਵਸਥਾ ਵਾਲੇ ਮਨ ਦੀ ਕੀਤੀਆਂ, ਉਸੇ ਤਰ੍ਹਾਂ ਮਾੜੇ ਦੇ ਵੀ ਦਰਸ਼ਨ ਉਸੇ ਤਰ੍ਹਾਂ ਕੀਤੇ ਹਨ, ਉਸੇ ਭਾਵ ਨਾਲ, ਉਸੇ ਲਹਿਰ ਵਿੱਚ, ਕੇਵਲ ਆਪਣੇ ਆਪ ਨੂੰ ਹੋਰ ਨੀਵਾਂ ਕਰ ਦਿੱਤਾ ਹੈ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰੇ ਤੇ ਫਿਰ ਵੀ ਜਾਂਦੇ ਨੇ, ਜੱਜ ਨਹੀਂ ਕਰ ਰਹੇ ਹਨ, ਐਕਸੈਪਟ ਕਰ ਰਹੇ ਹਨ ਕਿ ਇਹ ਜੀਵਨ ਦਾ ਹਿੱਸਾ ਹੈ। ਜੋ ਤੁਧ ਭਾਵੇ ਸਾਈ ਭਲੀ ਕਾਰ, ਉਹੀ ਚੰਗਾ ਹੈ ਜੋ ਸਰਬੱਤ ਦੇ ਭਲੇ ਵਿੱਚੋਂ ਲੱਭਦਾ ਹੈ। ਔਰ ਉਹਦੀ ਕਾਰ ਕਿਹੜੀ ਹੈ, ਇਹ ਸਮਝਾਂਗੇ ਕੱਲ ਦੀ ਪੌੜੀ 'ਚ। ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਵੀ, ਤੁਸੀਂ ਵੀ, ਹੋਰ ਵੀ, ਸਾਰੀ ਦੁਨੀਆ ਸਦਾ ਲਈ ਨਹੀਂ ਹੈ, ਕੇਵਲ ਉਹੀ ਹੈ, ਇੱਕ ਓਮਕਾਰ ਸਤਨਾਮ। ਅੱਜ ਦੀ ਵਿਚਾਰ ਇਤਨੀ ਪ੍ਰਵਾਨ ਕਰੋ। ਮਹਾਰਾਜ ਭੁੱਲਾਂ ਚਿੱਕਾਂ ਦੀ क्षमा ਦੇਣਾ। ਜੇ ਕੋਈ ਕਿਸੇ ਦੇ ਕੋਈ ਹੋਰ ਵਿਚਾਰ ਹੋਣ, ਕੁਝ ਕਹਿਣਾ ਪੁੱਛਣਾ ਚਾਹਣ ਤਾਂ ਮੋਸਟ ਵੈਲਕਮ।